सिमरनजीत सिंह मान ਜਿਹੜੇ ਅੱਜ ਤੱਕ ਖੜੇ ਨਾ ਵਿਕੇ ਝੁਕੇ ਨਾ ਕੋਈ ਪਾਰਟੀ ਬਦਲੀ ਕੁਛ ਨਹੀਂ ਕੀਤਾ ਉਹ ਅੱਜ ਵੀ ਖੜੇ ਆ ਬੜੀ ਵੱਡੀ ਉਹਨਾਂ ਦੀ ਕੁਰਬਾਨੀ ਆ ਇੱਕ ਆਈਪੀਐਸ ਆਫੀਸਰ ਨੌਕਰੀ ਛੱਡ ਕੇ ਇਸ ਕੌਮ ਦੇ ਲਈ ਖੜੇ ਆ ਤਾਂ ਉਹ ਜਿਹੜੇ ਲੋਕਾਂ ਦੇ ਉਹਨੇ ਜਾ ਕੇ ਅਮਰਗੜ੍ਹ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨੇ ਚੋਣ ਪ੍ਰਚਾਰ ਵੀ ਕੀਤਾ ਔਰ ਲੋਕਾਂ ਨੂੰ ਦੱਸਿਆ ਹੱਥ ਦੇ ਵਿੱਚ ਝਾੜੂ ਫੜ ਕੇ ਇੱਕ ਸ੍ਰੀ ਸਾਹਿਬ ਫੜ ਕੇ ਵੀ ਤੁਸੀਂ ਦੱਸੋ ਸਾਨੂੰ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਬਖਸ਼ਿਆ ਸਾਡਾ ਸਿਧਾਂਤ ਆ ਸਾਨੂੰ ਗੁਰੂ ਸਾਹਿਬ ਨੇ ਰਾਜੇ ਮਹਾਰਾਜੇ ਬਣਾਇਆ। ਜਿਹੜੀ ਦੀਪ ਸਿੱਧੂ ਦੀ ਸਾਰੇ ਮਾਨ ਸਾਹਿਬ ਦੀ ਸਾਰੇ ਇਹਨਾਂ ਦੀ ਸੋਚ ਆ ਕਿ ਆਪਾਂ ਪੰਜਾਬ ਦੀ ਆਜ਼ਾਦੀ ਸਾਰੇ ਆਪਾਂ ਚਾਹੁੰਦੇ ਆ ਆਜ਼ਾਦ ਹੋਣਾ ਚਾਹੀਦਾ। ਕੇਜਰੀਵਾਲ ਜਦੋਂ ਪੰਜਾਬ ਦੇ ਵਿੱਚ ਆਉਂਦਾ ਤਾਂ ਇਹਦੀ ਸਟੇਟਮੈਂਟ ਹੁੰਦੀ ਆ ਪੰਜਾਬ ਦਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ। ਜਦੋਂ ਦਿੱਲੀ ਚਲੇ ਗਿਆ ਇਹ ਦਿੱਲੀ ਦਾ ਵੀ ਬਣਦਾ ਹੱਕ ਕਿਉਂਕਿ 84 ਤੋਂ ਪਹਿਲਾਂ ਆਨੰਦਪੁਰ ਦੇ ਮਤੇ ਦੀ ਗੱਲ ਸੀ ਪਰ ਜਦੋਂ 84 'ਚ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ ਇਹ ਜਿਹੜਾ ਤਿਰੰਗਾ ਝੰਡਾ ਅਕਾਲ ਤਖਤ ਤੇ ਲਾਇਆ ਸੀ ਸਰਕਾਰ ਦੀ ਆਰਮੀ ਨੇ। ਪਰ ਆਪਾਂ ਇੱਕ ਸੁਨੇਹਾ ਦੇਣਾ ਚਾਹੁੰਦੇ ਉੱਥੋਂ ਦੀ ਸਰਕਾਰ ਨੂੰ ਕਿ ਅਸੀਂ ਮਹਾਂਪੁਰਸ਼ਾਂ ਦੇ ਬਚਨਾਂ ਦੇ ਉੱਤੇ ਆਖਰੀ ਦਮ ਤੱਕ ਪਹਿਰਾ ਦਿੰਦੇ ਰਵਾਂਗੇ। ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ ਪੰਜਾਬ ਦੇ ਨੂੰ ਤੁਸੀਂ ਵੋਟ ਪਾਓ ਸਿਮਰਨਜੀਤ ਸਿੰਘ ਮਾਨ। ਮੋਰਚੇ ਦੇ ਵਿੱਚ ਵੀ ਜਦੋਂ ਕੋਈ ਗੱਲ ਚੱਲ ਰਹੀ ਸੀ ਉਹ ਕਹਿੰਦਾ ਸੀ ਅਕਾਲ ਪੁਰਖ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਚੱਲ ਔਰ ਇਹੀ ਡਰ ਜਿਹੜਾ ਇਸ ਦੀਪ ਸਿੱਧੂ ਤੋਂ ਵੀ ਸਰਕਾਰਾਂ ਨੂੰ ਸੀ ਜਿਸ ਕਰਕੇ ਉਸ ਜਿਹੜਾ ਉਹ ਨੌਜਵਾਨ ਯੋਧਾ ਸਾਡੀ ਅੱਜ ਕੌਮ ਤੋਂ ਖੋਇਆ ਸਰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਚੈਨਲ। ਮੈਂ ਹਾਂ ਚਰਨਜੀਤ ਕੋ ਯੂਕੇ ਤੋਂ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੀ ਉੱਠੀ ਜਾਏ। ਅਚਾਨਕ ਅਚਨਚੇਤ ਜੋ ਅਕਾਲ ਚਲਾਣਾ ਭਾਈ ਸੰਦੀਪ ਸਿੰਘ ਜੀ ਦੀਪ ਸਿੱਧੂ ਜੀ ਜੋ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦਾ ਕੌਮ ਨੂੰ ਬੇਹੱਦ ਦੁੱਖ ਹੈ। ਇੱਕ ਜਵਾਨ ਅਚਨਚੇਤ ਚਲੇ ਜਾਣਾ ਉਹਦਾ ਜਿੰਨਾ ਸੰਘਰਸ਼ ਕਿਸਾਨੀ ਸੰਘਰਸ਼ ਆਇਆ ਸੰਘਰਸ਼ ਦੇ ਵਿੱਚ ਉਹਦਾ ਜਿਹੜਾ ਸਟੈਂਡ ਸੀ ਪੜ੍ਹਿਆ ਲਿਖਿਆ ਹੋਣਾ ਇੰਗਲਿਸ਼ ਦੀ ਜਾਣਕਾਰੀ ਰੱਖਣਾ ਸਾਰੇ ਜਗਤ ਨੂੰ ਯੂਥ ਨੂੰ ਆਪਣੇ ਆਲੇ ਦੁਆਲੇ ਕਰ ਦੇਣਾ ਇੱਕ ਨਵੀਂ ਆਵਾਜ਼ ਬੁਲੰਦ ਕਰਕੇ ਲੋਕਾਂ ਦੇ ਵਿੱਚ ਵਿਚਰਨਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਅਚਨਚੇਤ ਉਹਦੀ ਮੌਤ ਹੋ ਜਾਣੀ ਕੌਮ ਨੂੰ ਘਾਟਾ ਤਾਂ ਪੈ ਗਿਆ ਸਾਰੀ ਕੌਮ ਨੂੰ ਤੇ ਦੁੱਖ ਵੀ ਸਾਰੇ ਆਪਾਂ ਪ੍ਰਗਟ ਕਰਦੇ ਹਾਂ। ਅੱਜ ਆਪਾਂ ਦੀਪ ਸਿੰਘ ਸਿੱਧੂ ਨੂੰ ਇੱਕ ਛੋਟੀ ਜਿਹੀ ਸ਼ਰਧਾਂਜਲੀ ਵੀ ਦੇਵਾਂਗੇ। ਸ਼ਰਧਾਂਜਲੀ ਛੋਟੀ ਵੱਡੀ ਨਹੀਂ ਹੁੰਦੀ ਹੈ। ਕੌਮ ਨੂੰ ਜਿਹੜਾ ਘਾਟਾ ਕਦੇ ਨਾ ਪੂਰਾ ਹੋਣ ਵਾਲਾ ਇੱਕ ਗੁਰਸਿੱਖ ਦੇ ਜਾਣ ਦਾ ਇੱਕ ਜਰਨੈਲ ਦੀ ਜਾਣ ਦਾ ਕਿਹਾ ਜਾਂਦਾ ਕਈ ਵਾਰੀ ਕਿ ਭੇਡਾਂ ਦੀ ਭੇਟ ਚੜ੍ਹ ਗਿਆ ਇੱਕ ਸ਼ੇਰ ਇਸ ਤਰ੍ਹਾਂ ਹੀ ਕਿਹਾ ਜਾਂਦਾ ਹੈ ਜਿਹੜਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰੇ। ਤੇ ਇਹਦੇ ਵਾਸਤੇ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਸਮੈਥਿਕ ਤੋਂ ਸਾਡੇ ਨਾਲ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਮੁਠੱਡਾ ਜੀ ਜੋ ਸ਼੍ਰੋਮਣੀ ਅਕਾਲੀ ਦਲ ਯੂਕੇ ਅੰਮ੍ਰਿਤਸਰ ਯੂਕੇ ਦੇ ਤੋਂ ਹਨ। ਇੱਥੇ ਰਜਿਸਟਰਡ ਥੇ ਇੱਥੇ ਸੇਵਾ ਨਿਭਾ ਰਹੇ ਨੇ ਕਾਫੀ ਸਮਿਆਂ ਤੋਂ ਜਿਨ੍ਹਾਂ ਨੇ ਆਪ ਹੀ ਜੇ ਉਹਨਾਂ ਦੇ ਬਾਰੇ ਮੈਂ ਗੱਲ ਕਰਾਂ ਤਾਂ ਮੁਠੱਡਾ ਜੀ ਦਾ ਵੀ ਜਿਹੜਾ ਜੀਵਨ ਪਿਛਲਾ ਸਮਾਂ ਦਾ ਜੀਵਨ ਕਾਫੀ ਕਠਿਨ ਸੀ ਕਾਫੀ ਭਾਰੀ ਤੇ ਕਠਿਨ ਮੁਸ਼ਕਲਾਤਾਂ ਵਿੱਚੋਂ ਨਿਕਲ ਕੇ ਯੂਕੇ ਦੀ ਧਰਤੀ ਤੇ ਪਹੁੰਚੇ ਤੇ ਇੱਥੇ ਆਣ ਕੇ ਇਹਨਾਂ ਨੇ ਜਿਹੜੀਆਂ ਸੇਵਾਵਾਂ ਪਹਿਲੇ ਕਰਦੇ ਸਨ ਉਹਦੇ ਵਿੱਚ ਹੀ ਆਪਣਾ ਪੂਰਾ ਜੀਵਨ ਬਿਤਾ ਰਹੇ ਨੇ ਤੇ ਅੱਜ ਵੀ ਉਹੀ ਸੇਵਾ ਨੂੰ ਸਮਰਪਿਤ ਹੋ ਕੇ ਸੇਵਾ ਆਪਣੀ ਕਰਦੇ ਪਏ ਨੇ ਆਪਣੀ ਕੌਮ ਦੇ ਪ੍ਰਤੀ ਆਪਣੀ ਯੂਥ ਦੇ ਪ੍ਰਤੀ ਯੰਗਸਟਰ ਦੇ ਪ੍ਰਤੀ ਸਿੱਖੀ ਦੇ ਪ੍ਰਤੀ ਜੋ ਵੀ ਸੇਵਾਵਾਂ ਇਹਨਾਂ ਪਾਸੋਂ ਗੁਰੂ ਪਾਸ ਲੈ ਰਹੇ ਨੇ। ਆਓ ਆਪਾਂ ਸਭ ਤੋਂ ਪਹਿਲੇ ਇਹਨਾਂ ਦੇ ਨਾਲ ਫਤਿਹ ਦੀ ਸਾਂਝ ਕਰੀਏ ਤੇ ਇਹਨਾਂ ਦੇ ਨਾਲ ਹੀ ਅੱਜ ਦੇ ਇਸ ਵਿਰਸੇ ਦੀ ਆਪਾਂ ਗੱਲ ਕਰਾਂਗੇ ਜੀ। ਭਾਈ ਕੁਲਵੰਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਤੁਹਾਡਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਪੰਜਾਬੀ ਵਿਰਾਸਤ ਦੇ ਚੈਨਲ ਤੇ। ਜਿਸ ਤਰ੍ਹਾਂ ਕਿ ਦੀਪ ਸਿੱਧੂ ਜਿਹੜੇ ਕਿ ਕੌਮ ਦਾ ਇੱਕ ਬਿਲਕੁਲ ਅਨਮੋਲ ਹੀਰਾ ਜਿਸ ਨੇ ਪਿਛਲੇ ਸਾਲ ਸੰਘਰਸ਼ ਦੇ ਵਿੱਚ ਕਿਸਾਨੀ ਮੋਰਚੇ ਦੇ ਵਿੱਚ ਬੜਾ ਵੱਡਾ ਯੋਗਦਾਨ ਪਾ ਕੇ ਯੂਥ ਨੂੰ ਆਪਣੇ ਨਾਲ ਤੇ ਅਚਨਚੇਤ ਉਸਦੀ ਮੌਤ ਹੋ ਜਾਣਾ ਇਸ ਬਾਰੇ ਤੁਸੀਂ ਕੀ ਕਹੋਗੇ? ਭੈਣ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਦਾਸ ਨੂੰ ਸਮਾਂ ਦਿੱਤਾ ਪੰਜਾਬੀ ਵਿਰਾਸਤ ਦੇ ਉੱਤੇ। ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ 2 ਦਿਨ ਪਹਿਲਾਂ ਆਪਣੇ ਦੀਪ ਸਿੱਧੂ ਦਾ ਜਿਹੜਾ ਅਚਨਚੇਤ ਇਸ ਦੁਨੀਆ ਤੋਂ ਚਲੇ ਜਾਣਾ ਔਰ ਜਿਹਦੇ ਨਾਲ ਮੈਂ ਸਮਝਦਾ ਕਿ ਪੂਰੇ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਪੰਜਾਬੀਆਂ ਦੇ ਅੰਦਰ ਇੱਕ ਬਹੁਤ ਵੱਡੀ ਸੋਗ ਦੀ ਲਹਿਰ ਜਿਹੜੀ ਉਹ ਦੌੜ ਗਈ। ਯਾਰ ਇੱਕ ਬਹੁਤ ਪੜ੍ਹਿਆ ਲਿਖਿਆ ਨੌਜਵਾਨ ਸਿੱਖੀ ਨੂੰ ਸਮਰਪਿਤ ਔਰ ਇੰਟਰਨੈਸ਼ਨਲ ਜਿਹੜਾ ਪੋਲੀਟਿਕਸ ਦੀ ਨੌਲੇਜ ਰੱਖਣ ਵਾਲਾ ਨੌਜਵਾਨ ਜਿਹੜਾ ਅੱਜ ਉਹ ਸਾਡੇ ਵਿੱਚ ਨਹੀਂ ਰਿਹਾ।
ਔਰ ਜਿਵੇਂ ਪਤਾ ਹੀ ਆ ਆਪ ਜੀ ਨੂੰ ਸਾਰਿਆਂ ਨੂੰ ਕਿ ਜਦੋਂ ਕਿਸਾਨੀ ਸੰਘਰਸ਼ ਜਿਹੜਾ ਚੱਲਿਆ ਔਰ ਉਸ ਕਿਸਾਨੀ ਸੰਘਰਸ਼ ਦੇ ਦੌਰਾਨ ਆਪਣੀ ਇੱਕ ਲਗਜ਼ਰੀ ਲਾਈਫ ਜਿਹੜੀ ਬੰਬੇ ਤੋਂ ਛੱਡ ਕੇ ਜੀ ਇੱਕ ਪੰਜਾਬ ਦੇ ਨਾਲ ਕਿਉਂਕਿ ਉਹ ਪੰਜਾਬ ਦਾ ਜੰਮਿਆ ਪਲਿਆ ਨੌਜਵਾਨ ਸੀ, ਪੰਜਾਬ ਦੀ ਮਿੱਟੀ ਦੇ ਨਾਲ ਉਹਨੂੰ ਪਿਆਰ ਸੀ, ਪੰਜਾਬ ਦੇ ਯੂਥ ਨਾਲ ਉਹਨੂੰ ਪਿਆਰ ਸੀ ਔਰ ਸਾਰਾ ਕੁਝ ਬੰਬੇ ਤੋਂ ਆਪਦਾ ਕੈਰੀਅਰ ਇੱਕ ਮੈਂ ਸਮਝਦਾ ਕਿ ਛੱਡ ਕੇ ਐਡਾ ਵੱਡਾ ਪੰਜਾਬ ਦੇ ਨਾਲ ਆ ਕੇ ਪੰਜਾਬ ਦੇ ਲੋਕਾਂ ਦੇ ਨਾਲ ਕਿਸਾਨੀ ਸੰਘਰਸ਼ ਦੇ ਵਿੱਚ ਖੜ ਕੇ ਉਹ ਇੱਕ ਥੋੜ੍ਹੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇੱਕ ਵਿਅਕਤੀ ਦੇ ਤੌਰ ਦੇ ਉੱਤੇ ਇੱਕ ਉਹ ਜਿਹੜਾ ਸੀ ਉਹ ਪੂਰੀ ਦੁਨੀਆ ਦੇ ਵਿੱਚ ਉੱਭਰਿਆ। ਔਰ ਜਿਹਨੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਸ਼ੰਭੂ ਦੇ ਵਿੱਚ ਵੀ ਮੋਰਚਾ ਲੱਗਾ ਕਿਸਾਨੀ, ਦਿੱਲੀ ਦੇ ਵਿੱਚ ਵੀ ਜਿਹੜਾ ਮੋਰਚਾ ਲੱਗਾ ਔਰ ਕਿਸ ਤਰ੍ਹਾਂ ਉਹਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ ਤੱਕ ਪਹੁੰਚ ਕੇ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠ ਕੇ ਸਰਕਾਰ ਦੇ ਖਿਲਾਫ ਜਿਹੜਾ ਸੀ ਉਹਨਾਂ ਨੇ ਇੱਕ ਮੋਰਚਾ ਆਰੰਭਿਆ। ਪਰ ਆਪਾਂ ਦੇਖੀਏ ਕਿ ਭਾਵੇਂ ਦੀਪ ਸਿੱਧੂ ਦੇ ਉੱਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਕਈ ਤਰ੍ਹਾਂ ਦੇ ਐਲੀਗੇਸ਼ਨ ਵੀ ਲੱਗਦੇ ਰਹੇ ਕਿ ਜੀ ਇਹ ਭਾਜਪਾ ਦਾ ਬੰਦਾ, RS ਦਾ ਬੰਦਾ, ਪਲਾਂਟ ਕੀਤਾ, ਰਾਜਨੀਤੀ ਕਰਨ ਆਇਆ, ਪਰ ਉਹ ਬਾਰ-ਬਾਰ ਇਹ ਕਹਿੰਦਾ ਰਿਹਾ। ਕਈ ਵਾਰੀ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹੀਆਂ ਕਿ ਭਾਜਪਾ ਦੇ ਬੰਦਿਆਂ ਦੇ ਨਾਲ ਉਹਦੀਆਂ ਤਸਵੀਰਾਂ, ਦੇਖੋ ਇਹ ਗੱਲ ਨਹੀਂ ਹੁੰਦੀ। ਤਸਵੀਰਾਂ ਦਾ ਜਿਹੜੇ ਉਹ ਇੱਕ ਫਿਲਮੀ ਐਕਟਰ ਸੀ, ਇੱਕ ਜਿਹੜਾ ਫਿਲਮੀ ਦੁਨੀਆ ਦੇ ਵਿੱਚ ਇੱਕ ਬਾਲੀਵੁੱਡ ਦੇ ਵਿੱਚ ਉਹ ਆਪਣੀਆਂ ਫਿਲਮਾਂ ਵੀ ਬਣਾ ਰਿਹਾ ਸੀ, ਬਹੁਤ ਤਰ੍ਹਾਂ ਦੀ ਸੀ ਉਹ। ਜਿਹੜਾ ਸੀ ਜਦੋਂ ਸੰਨੀ ਦਿਓਲ ਦੀ ਇਲੈਕਸ਼ਨ ਹੋਈ ਗੁਰਦਾਸਪੁਰ ਦੇ ਵਿੱਚ, ਉੱਥੇ ਵੀ ਉਹਨੇ ਸੰਨੀ ਦਿਓਲ ਦੇ ਪ੍ਰਚਾਰ ਜਿਹੜਾ ਸੀ ਕੀਤਾ, ਉਹਨੇ ਬਾਰ-ਬਾਰ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਮੈਂ ਸੰਨੀ ਦਿਓਲ ਦੇ ਨਾਲ ਇੱਕ ਐਜ ਏ ਬ੍ਰਦਰ ਜਿਹੜਾ ਸੀ ਪ੍ਰਚਾਰ ਕਰ ਰਿਹਾ ਸੀ। ਪਰ ਜਦੋਂ ਮੈਂ ਦੇਖਿਆ ਕਿ ਇਹ ਜਿਹੜੇ ਸਾਡੇ ਸਾਰੇ ਸਿੱਖ ਕੌਮ ਦੇ ਸਿੱਖੀ ਸਿਧਾਂਤਾਂ ਦੇ ਖਿਲਾਫ ਆ ਭਾਰਤੀ ਜਨਤਾ ਪਾਰਟੀ, ਤਾਂ ਮੈਂ ਉਸ ਕਰਕੇ ਉਹਨਾਂ ਦਾ ਸਾਥ ਜਿਹੜਾ ਛੱਡ ਦਿੱਤਾ ਸੀ। ਸੋ ਇਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਦਿੱਲੀ ਦਾ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਝੁੱਲਿਆ, ਕਿੰਨਾ ਕੁਛ ਹੋਇਆ। ਕੇਸ ਵੀ ਉਹਦੇ ਉੱਤੇ UAPA ਐਕਟ ਲਾਏ ਗਏ, ਹੋਰ ਵੀ ਬਹੁਤ ਕਿਸਾਨਾਂ ਦੇ ਪਰਚੇ ਦਰਜ ਕੀਤੇ ਗਏ। ਪਰ ਦੀਪ ਸਿੱਧੂ ਨੂੰ ਅਰੈਸਟ ਕਰਕੇ ਉੱਥੋਂ ਦੀ NIA ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਵੀ ਕੀਤਾ ਗਿਆ, ਬਾਹਰ ਵੀ ਆ ਗਿਆ, ਕਿ ਫਿਰ ਨੌਜਵਾਨਾਂ ਨੂੰ ਉਹਨੇ ਇਕੱਠਾ ਕੀਤਾ। ਸੋ ਇਸ ਕਰਕੇ ਜਿਹੜੇ ਇਸ ਤਰ੍ਹਾਂ ਦੇ ਪੜ੍ਹੇ ਲਿਖੇ ਨੌਜਵਾਨ, ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਜਨਾਬ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਬਾਹਰ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਉੱਚ ਵਿੱਦਿਆ ਪ੍ਰਾਪਤ ਕੀਤੀ, ਇੱਦਾਂ ਹੀ ਜਿਹੜਾ ਸੀ ਇਹ ਦੀਪ ਸਿੱਧੂ ਨੇ ਇੱਥੇ ਬਾਹਰ ਆਕਸਫੋਰਡ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਲਿਖਿਆ, ਲਾਅ ਕੀਤਾ। ਔਰ ਸਾਰੀ ਮੈਂ ਕਈ ਵਾਰੀ ਉਹਦੀ ਇੰਟਰਵਿਊ ਦੇਖਦਾ ਸੀ ਕਿ ਕਈ ਵਾਰੀ ਆਪਾਂ ਨੂੰ ਨਹੀਂ ਉਹਨਾਂ ਇਤਿਹਾਸ ਦਾ ਪਤਾ ਨਾ ਜਿੰਨਾ ਉਹਨੂੰ ਇਤਿਹਾਸ ਦੀ ਨੌਲੇਜ ਸੀ। ਕਿਉਂਕਿ ਉਹਨੂੰ ਸ਼ੌਂਕ ਸੀ ਬੜਾ ਇੱਕ ਇਤਿਹਾਸ ਪੜ੍ਹਨ ਦਾ, ਹਰ ਵੇਲੇ ਬੁੱਕਾਂ ਰੱਖਣੀਆਂ, ਪੁਰਾਣਾ ਇਤਿਹਾਸ ਪੜ੍ਹ ਕੇ। ਔਰ ਇਹ ਬਹੁਤ ਵੱਡੀ ਗੱਲ ਹੁੰਦੀ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਇੱਕ ਨੌਜਵਾਨਾਂ ਨੂੰ, ਇੱਕ ਯੂਥ ਨੂੰ ਜਿਹੜਾ ਇੱਕ ਆਕਰਸ਼ਿਤ ਕਰਨਾ ਔਰ ਇੱਦਾਂ ਦੀਆਂ ਗੱਲਾਂ ਕਰਕੇ ਪ੍ਰਭਾਵਿਤ ਕਰਨਾ, ਜਿਸ ਕਰਕੇ ਥੋੜ੍ਹੇ ਸਮੇਂ ਦੇ ਵਿੱਚ ਜਿਹੜਾ ਪੂਰਾ ਯੂਥ ਸੀ ਉਹ ਦੀਪ ਸਿੱਧੂ ਦੇ ਨਾਲ ਖੜ ਗਿਆ। ਔਰ ਹਮੇਸ਼ਾ ਉਹਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ। ਉਹਨੂੰ ਜਿਹੜੇ ਉਸ ਵੇਲੇ ਐਂਟੀ ਫਾਰਮਰਸ ਬਿੱਲਾਂ ਦਾ ਜਿਹੜਾ ਪ੍ਰੋਟੈਸਟ ਵੀ ਹੋਈ, ਉਹਨੇ ਨਾਲ ਇਹ ਵੀ ਗੱਲ ਕੀਤੀ ਸੀ ਕਿ ਭਾਵੇਂ ਇਹ ਸਾਡਾ ਜਿਹੜਾ ਮਸਲਾ ਆ ਇਹ ਫਸਲਾਂ ਦਾ ਆ ਜੀ, ਪਰ ਇਹਦੇ ਨਾਲ ਸਾਡਾ ਮਸਲਾ ਨਸਲਾਂ ਦਾ ਵੀ ਆ, ਵੀ ਜੇ ਸਾਡੀਆਂ ਨਸਲਾਂ ਹੀ ਬਚੂਗੀਆਂ ਫਿਰ ਫਸਲਾਂ ਸਾਡੀਆਂ ਆਪ ਹੀ ਬਚਣਗੀਆਂ। ਸੋ ਇਸ ਕਰਕੇ ਉਹ ਸਾਰੀ ਪੋਲਿਟਿਕਸ ਸਮਝਦਾ ਸੀ ਕਿ ਜਿਹੜੀ ਸੈਂਟਰ ਦੀ ਬਹੁਤ ਗਿਣਤੀ ਜਿਹੜੀ ਹਿੰਦੂਤਵੀ ਜਿਹੜੀਆਂ ਸਰਕਾਰਾਂ ਆ, ਉਹ ਕਿੱਦਾਂ ਇੱਕ ਬੜੇ ਵੱਡੇ ਲੁਕਵੇਂ ਤਰੀਕੇ ਦੇ ਨਾਲ ਜਿਹੜੀਆਂ ਸਟੇਟ ਗਵਰਨਮੈਂਟ ਦੀਆਂ ਪਾਵਰਸ ਹੁੰਦੀਆਂ ਉਹਨੂੰ ਖਿੱਚ ਕੇ ਉਹਨੂੰ ਸੈਂਟਰਲਾਈਜ਼ ਕਰ ਲਿਆ। ਉਹਨਾਂ ਨੇ ਸਾਰੀਆਂ ਤਾਕਤਾਂ ਆਪਣੇ ਹੱਥ ਲੈ ਗਏ ਔਰ ਸਟੇਟਾਂ ਦੇ ਹੱਥ ਕੁਛ ਨਹੀਂ ਛੱਡਿਆ। ਉਹਨੇ ਅਨੰਦਪੁਰ ਮਤੇ ਦੀ ਗੱਲ ਕੀਤੀ, ਵੱਧ ਅਧਿਕਾਰਾਂ ਦੀ ਕੀਤੀ, ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਪੰਜਾਬੀ ਬੋਲੀ ਦੀ ਕੀਤੀ, ਪੰਜਾਬ 'ਚ ਹੁੰਦੇ ਧੱਕਿਆਂ ਦੀ ਗੱਲ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀ ਗੱਲ ਕੀਤੀ। ਪਰ ਜਿਹੜੇ ਸਮੇਂ ਉਹ ਗੱਲਾਂ ਕਰਦਾ ਪਿਆ ਸੀ ਉਸੇ ਨੂੰ ਲੋਕ ਉਹਦੇ ਅਗੇਂਸਟ ਖੜੇ ਹੋ ਕੇ ਉਹਨੂੰ ਗਦਾਰ ਕਹਿ ਗਏ, ਕਿਸੇ ਦਾ RSS ਦਾ ਬੰਦਾ ਵੀ ਉਹਨੂੰ ਕਹਿ ਕੇ ਉਹਨੂੰ ਨਿਵਾਜਿਆ ਗਿਆ। ਉਸ ਸਮੇਂ ਲੋਕਾਂ ਦੀ ਅੱਖਾਂ ਕਿਉਂ ਨਹੀਂ ਖੋਲੀਆਂ? ਦੇਖੋ ਪਹਿਲੀ ਗੱਲ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਜਿਹੜੇ 32 ਕਿਸਾਨ ਜਥੇਬੰਦੀਆਂ, ਭਾਵੇਂ ਬਹੁਤ ਲੋਕਾਂ ਨੇ, ਅਸੀਂ ਵੀ ਇੱਥੋਂ ਬੜਾ ਪ੍ਰੈਸ਼ਰ ਪਾਇਆ ਵੀ ਜਿਹੜੀਆਂ 32 ਕਿਸਾਨ ਜਥੇਬੰਦੀਆਂ ਉਸ ਵੇਲੇ ਗੱਲ ਕਰ ਰਹੀਆਂ ਸੈਂਟਰ ਦੇ ਨਾਲ, ਕੀ ਹੋਗਾ ਜਿੱਥੇ 32 ਆ ਉੱਥੇ 34 ਹੋ ਜਾਊਗੀਆਂ। ਤੁਸੀਂ ਦੀਪ ਸਿੱਧੂ ਤੇ ਲੱਖਾ ਸਧਾਣਾ, ਇਹਨਾਂ ਨਾਲ ਬੜਾ ਯੂਥ ਜੁੜਿਆ ਸੀਗਾ, ਬਹੁਤ ਇਹਨਾਂ ਨੇ ਮਿਹਨਤ ਵੀ ਕੀਤੀ ਵੀ ਤੁਸੀਂ ਇਹਨਾਂ ਨੂੰ ਵੀ ਨਾਲ ਲਿਜਾ ਕੇ ਸਰਕਾਰ ਦੇ ਨਾਲ ਗੱਲ ਕਰੋ। ਇਹ ਪੜ੍ਹੇ ਲਿਖੇ ਦੀਪ ਸਿੱਧੂ ਆ, ਵਕੀਲ ਆ, ਸਮਝਦਾ ਸਾਰੀ ਗੱਲ, ਪਰ ਉਹਨਾਂ ਨੇ ਇਹਨਾਂ ਦੀ ਗੱਲ ਨਹੀਂ ਮੰਨੀ। ਔਰ ਈਵਨ ਉਸ ਵੇਲੇ ਜਿਹੜੇ ਕਿਸਾਨ ਲੀਡਰ ਸੀ ਰਾਜੇਵਾਲ ਵਰਗੇ ਵੀ, ਜਿਨ੍ਹਾਂ ਨੇ ਐਲੀਗੇਸ਼ਨ ਲਾਏ ਦੀਪ ਸਿੱਧੂ ਦੇ ਉੱਤੇ, ਫੋਟੋਆਂ ਤਾਂ ਉਹਨਾਂ ਦੀਆਂ ਵੀ ਮੀਡੀਆ 'ਚ ਸਾਹਮਣੇ ਆ ਗਈਆਂ। ਸਵੇਦ ਸੈਣੀ ਜਿਹਨੇ ਸਿੱਖਾਂ ਦਾ ਨੌਜਵਾਨਾਂ ਦਾ ਘਾਣ ਕੀਤਾ, ਸਾਨੂੰ ਸਾਰੀ ਹਿਸਟਰੀ ਦਾ ਪਤਾ ਕਿੰਨਾ ਉਹਨਾਂ ਨੇ ਨੌਜਵਾਨ ਜਿਹੜਾ ਸ਼ਹੀਦ ਕੀਤਾ, ਫੋਟੋਆਂ ਉਹਨਾਂ ਦੀਆਂ ਵੀ ਹੈਗੀਆਂ। ਜੇ ਆਪਾਂ
ਕਿਸੇ ਦੀ ਫੋਟੋ ਕਿਸੇ ਦੇ ਨਾਲ ਦੇਖ ਕੇ ਕੋਈ ਅੰਦਾਜ਼ਾ ਲਾ ਲਈਏ ਕਿ ਇਹ ਬੰਦਾ ਸ਼ਾਇਦ ਉਹਨਾਂ ਦਾ ਆ। ਹੁਣ ਦੇਖੋ ਗੱਲ ਇਹ ਆ ਕਿ ਕਿੰਨੇ ਐਲੀਗੇਸ਼ਨ ਲੱਗੇ, ਜਿਨ੍ਹਾਂ ਬੰਦਿਆਂ ਨੇ ਉਹ ਤੇ ਐਲੀਗੇਸ਼ਨ ਲਾਏ ਸੀ ਕਿ ਇਹ ਬੰਦਾ ਭਾਰਤੀ ਜਨਤਾ ਪਾਰਟੀ ਦਾ, ਉਹ ਅੱਜ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਲੋਕਾਂ ਸਾਹਮਣੇ ਕਲੈਰਿਟੀ ਹੋ ਗਈ। ਜਿਹੜਾ ਸੱਚ ਹੁੰਦਾ ਆ, ਕਿਉਂਕਿ ਅੱਜ 'ਚ ਜਿਹੜਾ ਝੂਠ ਦਾ ਬੋਲਬਾਲਾ ਆ, ਝੂਠ ਦਾ ਪਸਾਰਾ ਆ, ਇਸ ਕਰਕੇ ਜਿਹੜਾ ਸੱਚ ਹੁੰਦਾ ਬਹੁਤਾ ਚਿਰ ਉਹ ਛੁਪਾਇਆ ਜਾਂ ਦਬਾਇਆ ਨਹੀਂ ਜਾ ਸਕਦਾ। ਉਹ ਇਹਨਾਂ ਇੱਕ ਨਾ ਇੱਕ ਦਿਨ ਗੱਲ ਸਾਹਮਣੇ ਆ ਜਾਂਦੀ ਆ। ਅੱਜ ਲੋਕਾਂ ਨੂੰ ਸਾਰਾ ਪਤਾ ਲੱਗ ਗਿਆ ਕਿ ਜਿਹੜੇ ਬੰਦੇ ਦੀਪ ਸਿੱਧੂ ਤੇ ਭਾਜਪਾ ਦਾ ਉਦੋਂ ਕਹਿੰਦੇ ਸੀ, ਜਾਂ ਉਹ ਇਹ ਵੀ ਕਹਿੰਦੇ ਸੀ ਕਿ ਯਾਰ ਇਹ ਬੰਦਾ ਦਿੱਲੀ ਚੋਂ ਐਡੀ ਵੱਡੀ ਲਗਜ਼ਰੀ ਲਾਈਫ ਛੱਡ ਕੇ ਇੱਕਦਮ ਪੰਜਾਬ ਨਾਲ ਖੜ ਗਿਆ, ਵੀ ਹੋ ਸਕਦਾ ਇਹਦਾ ਵਿੱਚ ਕੋਈ ਰਾਜਨੀਤਿਕ ਲਾਹਾ ਲੈਣ ਵਾਸਤੇ ਆਇਆ ਹੋਵੇ। ਪਰ ਉਹ ਬਾਰ-ਬਾਰ ਕਹਿੰਦਾ ਰਿਹਾ ਕਿ ਕੋਈ ਇਦਾਂ ਦੀ ਗੱਲ ਨਹੀਂ ਹੈ, ਸਿਰਫ ਮੈਨੂੰ ਪੰਜਾਬ ਦੀ ਮਿੱਟੀ ਨਾਲ ਪਿਆਰ ਆ, ਮੈਂ ਪੰਜਾਬ ਦੇ ਕਿਸਾਨਾਂ ਨਾਲ, ਨੌਜਵਾਨਾਂ ਨਾਲ ਸਾਰਾ ਖੜਾ, ਮੈਂ ਸਰਕਾਰ ਦੇ ਜ਼ੁਲਮ ਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਦਾ, ਕੋਈ ਇਦਾਂ ਦੀ ਗੱਲ ਨਹੀਂ। ਔਰ ਉਹ ਵੀ ਇਹ ਕਹਿੰਦਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊ ਕੌਣ ਕਿੱਥੇ ਖੜਾ। ਉਹ ਹੁਣ ਸਾਰੀ ਗੱਲ ਸਾਹਮਣੇ ਹੋ ਗਈ। ਦੇਖੋ ਉਸ ਵੇਲੇ ਜਦੋਂ ਦਿੱਲੀ ਲਾਲ ਕਿਲੇ ਤੇ ਘਟਨਾ ਵਾਪਰੀ, ਬਾਅਦ ਦੇ ਵਿੱਚ ਉਹਨੂੰ ਕਈ ਵਾਰੀ ਮਾਰਨ ਦੀ ਪਲਾਨ ਵੀ ਬਣਾਈ ਗਈ, ਨੌਜਵਾਨ ਉਹਦੇ ਮਗਰ ਲਾਏ ਗਏ। ਜੇ ਉਹਨਾਂ ਸਮਿਆਂ ਦੇ ਵਿੱਚ ਕੋਈ ਇਦਾਂ ਦਾ ਦਿਖਾਤ ਜਿਹੜਾ ਹੁਣ ਵਾਪਰਿਆ ਦੀਪ ਸਿੱਧੂ ਵਾਪਰਦਾ, ਤਾਂ ਹੋ ਸਕਦਾ ਕੋਈ ਗੱਲ ਲੋਕਾਂ 'ਚ ਗੁੱਝੀ ਰਹਿੰਦੀ ਕਿ ਵੀ ਉਹ ਦੀਪ ਸਿੱਧੂ ਨੇ ਗਦਾਰੀ ਕੀਤੀ ਪੰਜਾਬ ਨਾਲ ਜਾਂ ਆਹ ਕੀਤੀ। ਪਰ ਜਿਹੜਾ ਹੁਣ ਦੇ ਸਮੇਂ ਦੇ ਵਿੱਚ ਦੀਪ ਸਿੱਧੂ ਨਾਲ ਆ ਐਡੀ ਵੱਡੀ ਘਟਨਾ ਵਾਪਰੀ ਆ, ਔਰ ਇਹਦੇ ਪਿੱਛੇ ਬਹੁਤ ਵੱਡੇ ਰੀਜਨ ਆ। ਕਿਉਂਕਿ ਇੱਕ ਭਰਪੂਰ ਸਿੰਘ ਬਲਵੀਰ, ਮੈਨੂੰ ਉਹਨਾਂ ਦੀ ਸਪੀਚ ਯਾਦ ਆ, ਉਹਨਾਂ ਨੇ ਉਹ ਅਕਸਰ ਉਹ ਇਹ ਕਿਹਾ ਕਰਦੇ ਕਿ ਜਿਹੜੀਆਂ ਭਾਰਤ ਦੀਆਂ ਹਿੰਦੂ ਤਵੀ ਸਰਕਾਰਾਂ ਨਾ, ਉਹਨਾਂ ਨੂੰ ਜਿਸ ਵੀ ਬੰਦੇ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸੋਚ ਲੱਗਦੀ ਆ ਵੀ ਇਹਦੇ ਵਿੱਚ ਸੋਚ ਹੈਗੀ ਆ, ਜਾਂ ਇਹ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ, ਪੰਜਾਬ ਨਾਲ ਡਟ ਕੇ ਖੜਾ, ਮਦਦ ਕਰਨ ਦੀ ਗੱਲ ਕਰਦਾ, ਉਹਨੂੰ ਇਹ ਸਰਕਾਰਾਂ ਜਿਹੜੀਆਂ ਆ ਆਪਣੀਆਂ ਏਜੰਸੀਆਂ ਦੁਆਰਾ ਖਪਾ ਦਿੰਦੀਆਂ। ਪਿਛਲਾ ਇਤਿਹਾਸ ਪੜ੍ਹੀਏ, ਕੈਪਟਨ ਕਮਲਜੀਤ ਸਿੰਘ ਅਕਾਲੀ ਦਲ ਦੇ ਵਿੱਚ ਰੋਡ ਐਕਸੀਡੈਂਟ ਕਰਕੇ ਖਪਾ ਦਿੱਤਾ ਗਿਆ, ਅੱਜ ਤੇ ਕੁਝ ਨਹੀਂ ਹੋਇਆ। ਸੋ ਇਸ ਕਰਕੇ ਇਹ ਸਰਕਾਰਾਂ ਹੁਣ ਮੈਂ ਇੱਥੇ ਮੇਰਾ ਸਵਾਲ ਹੈ ਉਹਨਾਂ ਕਿ ਦੀਪ ਸਿੱਧੂ ਦੀ ਜਿਹੜੀ ਮੌਤ ਹੈ ਇਹ ਕੀ ਐਕਸੀਡੈਂਟ ਵਾਪਰਿਆ ਜਾਂ ਇੱਥੇ ਕੁਝ ਰਾਜਨੀਤਿਕ ਵਿਉਂਤਬੰਦੀ? ਭੈਣ ਜੀ ਦੇਖੋ, ਇਹ ਜਿਹੜੀ ਹੈ ਨਾ ਪੂਰਾ ਵੈਲ ਪਲਾਨ ਕਰਕੇ ਪ੍ਰੀ ਪਲਾਨ ਸਾਰੀ ਇਹ ਜਿਹੜੀ ਬਣਾਈ ਗਈ। ਕਿਉਂਕਿ ਜਿਹੜੀ ਦੀਪ ਸਿੱਧੂ ਦੀ ਜਦੋਂ ਬੇਲ ਉਹਦੀ ਹੋਈ ਸੀ ਕੋਰਟ ਤੋਂ, ਤਾਂ ਬੇਲ ਦੇ ਵਿੱਚ ਇਹ ਬਕਾਇਦਾ ਇੱਕ ਟਰਮਸ ਐਂਡ ਕੰਡੀਸ਼ਨ ਲਿਖੀ ਗਈ ਸੀ ਕਿ ਉਹਨੂੰ ਆਪਣੇ ਫੋਨ ਦੀ ਜਿਹੜੀ ਲੋਕੇਸ਼ਨ ਆ 24 ਆਵਰ ਔਨ ਰੱਖਣੀ ਪੈਣੀ ਆ। ਔਰ ਜਿਸ ਕਰਕੇ ਸਾਰਾ ਪਤਾ ਸੀ ਕਿ ਉਹ ਇਸ ਵੇਲੇ ਕਿੱਥੇ ਜਾ ਰਿਹਾ, ਕੀ ਕਰ ਰਿਹਾ, ਕੀ ਨਹੀਂ। ਫਿਰ ਤੁਸੀਂ ਇੱਕ ਹੋਰ ਗੱਲ ਦੇਖੋ ਕਿ ਜਿੱਥੇ ਸ਼ੰਭੂ ਮੋਰਚੇ ਦੇ ਉੱਤੇ ਉਹਨੇ ਆਵਾਜ਼ ਉਠਾਈ ਸੀ ਨਾ ਸਰਕਾਰਾਂ ਦੇ ਖਿਲਾਫ, ਉਸ ਜਗ੍ਹਾ ਦੇ ਉੱਤੇ ਹੀ ਉਹਦਾ ਜਿਹੜਾ ਮੈਂ ਸਮਝਦਾ ਕਿ ਭਾਰਤੀ ਏਜੰਸੀਆਂ ਵੱਲੋਂ ਰਲ ਮਿਲ ਕੇ ਸਾਰਾ ਉਹਦਾ ਕਤਲ ਕੀਤਾ ਗਿਆ। ਐਕਸੀਡੈਂਟ ਨਹੀਂ ਇਹਨੂੰ ਆਪਾਂ ਕਹਿ ਸਕਦੇ, ਨਾ ਇਹਨੂੰ ਕੁਦਰਤੀ ਮੌਤ ਕਹਿ ਸਕਦੇ। ਇਹ ਇੱਕ ਜਾਣ ਬੁੱਝ ਕੇ ਸਰਕਾਰਾਂ ਵੱਲੋਂ, ਉੱਥੋਂ ਦੀਆਂ ਏਜੰਸੀਆਂ ਵੱਲੋਂ ਰਲ ਮਿਲ ਕੇ ਜਿਹੜਾ ਉਹਦਾ ਇੱਕ ਕਤਲ ਕੀਤਾ ਗਿਆ। ਕਿਉਂਕਿ ਜੇ ਆਪਾਂ ਦੇਖੀਏ ਕਿ ਜਿਹੜੇ ਟਰੱਕ ਦੇ ਨਾਲ ਐਕਸੀਡੈਂਟ ਹੋਇਆ, ਉਹ ਟਰੱਕ ਜਿਹੜਾ ਉਸ ਵੇਲੇ ਸੀ, ਕੋਈ ਟ੍ਰੈਫਿਕ ਨਹੀਂ ਸੀ, ਕੋਈ ਟਰੱਕ ਦਾ ਟਾਇਰ ਪੈਂਚਰ ਨਹੀਂ ਹੋਇਆ, ਕੁਝ ਨਹੀਂ ਹੋਇਆ। ਟਰੱਕ ਦੇ ਇਹਦੀ ਗੱਡੀ ਪਿੱਛੇ ਜਾ ਰਹੇ ਸੀ ਆਪਣੀ ਸਪੀਡ ਨਾਲ, ਗਵੜੀ ਲੇਨ 'ਚ ਟਰੱਕ ਜਾ ਰਿਹਾ ਸੀ। ਸਡਨਲੀ ਜਿਹੜੀਆਂ ਟਰੱਕ ਦੀਆਂ ਲਾਈਟਾਂ ਪਿਛਲੀਆਂ ਨਹੀਂ ਸੀ ਜਗਦੀਆਂ, ਸਡਨਲੀ ਉਹਦੀ ਟਰੱਕ ਦੀ ਬ੍ਰੇਕ ਮਾਰੀ ਗਈ ਆ। ਔਰ ਉੱਥੇ ਨਿਸ਼ਾਨ ਵੀ ਆਪਾਂ ਵੀਡੀਓ ਸਾਹਮਣੇ ਸੋਸ਼ਲ ਮੀਡੀਆ 'ਚ ਆ ਗਈਆਂ, ਸਭ ਕੁਝ ਦੇਖਿਆ। ਕਿਉਂਕਿ ਟਰੱਕ ਦੇ ਮੋਹਰੇ ਜੇ ਤਾਂ ਕੋਈ ਚੀਜ਼ ਆਉਂਦੀ ਜਾਂ ਕੋਈ ਟਰੱਕ ਦਾ ਟਾਇਰ ਪੈਂਚਰ ਹੁੰਦਾ ਤਾਂ ਸਡਨਲੀ ਬ੍ਰੇਕ ਲੱਗ ਸਕਦੀ ਸੀ, ਪਰ ਹੋਇਆ ਕੁਝ ਵੀ ਨਹੀਂ। ਸੋ ਇਸ ਕਰਕੇ ਜਿਹੜਾ ਇਹ ਸਾਰਾ ਵੈਲ ਪਲਾਨ ਕੀਤਾ ਗਿਆ, ਔਰ ਸਾਰੀ ਗੱਲ ਕਲੀਅਰ ਸਾਹਮਣੇ ਆ ਜਾਊਗੀ ਜਦੋਂ ਟਰੱਕ ਦਾ ਡਰਾਈਵਰ, ਉਹਨਾਂ ਦੀਆਂ ਫੋਨ ਲੋਕੇਸ਼ਨਾਂ, ਉਹਨਾਂ ਦੀਆਂ ਫੋਨ ਕਾਲਾਂ ਕੱਢੀਆਂ ਜਾਣ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਅਸੀਂ ਇਹ 84 ਤੋਂ ਪਹਿਲਾਂ ਦੇ ਸੰਘਰਸ਼ ਦੇ ਵਿੱਚ ਰਹੇ ਹਾਂ, ਕਿੰਨਾ ਕੁਝ ਹੋਇਆ। ਆਪਾਂ ਜਿਹੜੀਆਂ ਹੁਣ ਇੱਕ ਮੰਗ ਵੀ ਕਈ ਵਾਰੀ ਕਰਦੇ, ਮੇਰੀ CBI ਇਨਕੁਆਇਰੀ ਹੋਣੀ ਚਾਹੀਦੀ ਹੈ। ਦੇਖੋ ਜਿਹੜੀਆਂ CBI ਆ ਜਾਂ ਉਹਨਾਂ ਦੀਆਂ ਏਜੰਸੀਆਂ, ਉਹ ਸਰਕਾਰਾਂ ਦੀਆਂ ਏਜੰਸੀਆਂ ਆ, ਹੋਣਾ ਕੁਛ ਨਹੀਂ ਹੈ। ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਗਿਣਮਿਥ ਕੇ ਜਿਹੜਾ ਉਹ ਇਸ ਵੇਲੇ ਇੱਕ ਇੰਨਾ ਵੱਡਾ ਪਾਪੂਲਰ ਹੋ ਗਿਆ ਸੀ ਪੂਰੀ ਦੁਨੀਆ ਦੇ ਵਿੱਚ, ਐਡੀ ਵੱਡੀ ਇੱਕ ਸੈਲੀਬ੍ਰਿਟੀ ਉਹ ਬਣ ਗਏ ਸੀ, ਇੰਨਾ ਯੂਥ ਉਹਦੇ ਨਾਲ ਖੜ ਗਿਆ ਸੀ। ਸਰਕਾਰਾਂ ਨੂੰ ਇਹ ਡਰ ਸਤਾਉਣ ਲੱਗ ਪਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਦੀਪ ਸਿੱਧੂ ਆ ਇੱਕ ਬਹੁਤ ਵੱਡੀ ਸ਼ਖਸੀਅਤ ਬਣ ਕੇ ਪੰਜਾਬ 'ਚ ਉੱਭਰ ਕੇ ਇਹ ਸੈਂਟਰ ਦੇ ਖਿਲਾਫ ਜਿਹੜਾ ਆ ਇਹ ਇੱਕ ਮੁਹਾਜ਼ ਖੜਾ ਕਰ ਸਕਦਾ। ਸੋ ਜਿਸ ਕਰਕੇ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਫਿਰ ਇੱਦਾਂ ਦੇ ਬੰਦਿਆਂ ਨੂੰ ਮਰਾਉਣ ਲਈ, ਖਪਾਉਣ ਲਈ ਇੱਦਾਂ ਦੇ ਕੁਝ ਯਤਨ ਕਰਦੀਆਂ। ਸੋ ਇਹ ਜਿਹੜਾ ਸਾਰਾ ਕੁਝ ਉਹਦਾ ਐਕਸੀਡੈਂਟ ਦਾ ਨਾਂ ਦਿੱਤਾ ਗਿਆ, ਗਿਣੀ ਮਿਥੀ ਸਾਜ਼ਿਸ਼ ਆ, ਉਹਦਾ ਸਟੇਟ ਵੱਲੋਂ ਇੱਕ ਕਤਲ ਕੀਤਾ ਗਿਆ। ਔਰ ਜਿਹਦੀ ਅਸੀਂ ਪੂਰੀ, ਮੈਂ ਸਮਝਦਾ ਕਿ ਪੂਰੀ ਦੁਨੀਆ ਨੂੰ ਤਾਂ ਵੀ ਹੁਣ ਇਸ ਗੱਲ ਦਾ ਪਤਾ ਲੱਗ ਹੀ ਗਿਆ। ਸੋ ਅਸੀਂ ਇਹਦੀ ਪੂਰੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ। ਔਰ ਦੂਜੀ ਗੱਲ,
ਇਹ ਕਹਿਣੀ ਚਾਹੁੰਦੇ ਆ ਕਿ ਜਿਹੜੀ ਦੀਪ ਸਿੱਧੂ ਦੀ ਸੋਚ ਸੀ, ਜੀ ਜਿਹੜੀ ਉਹਨੇ ਸੋਚ ਤੇ ਪਹਿਰਾ ਦਿੱਤਾ ਕਿ ਲੋਕੋ ਆਪਣੇ ਨਾਲ ਧੱਕਾ ਹੋ ਰਿਹਾ, ਸੈਂਟਰ ਆਪਣੇ ਨਾਲ ਧੱਕਾ ਕਰ ਰਿਹਾ, ਉਹ ਸੋਚ ਦੇ ਉੱਤੇ ਸਾਨੂੰ ਅੱਜ ਜਿਹੜਾ ਹੈਗਾ ਉਹ ਪਹਿਰਾ ਦੇਣ ਦੀ ਲੋੜ ਆ। ਅਸੀਂ ਉੱਥੇ ਦੇ ਯੂਥ ਨੂੰ ਵੀ ਅਪੀਲ ਕਰਾਂਗੇ ਜੀ ਕਿ ਜਿਹੜਾ ਉਹਨੇ ਅਖੀਰਲੇ ਸਮਿਆਂ ਦੇ ਵਿੱਚ ਜੋ ਉਹਨੇ ਲੋਕਾਂ ਨਾਲ ਗੱਲਾਂ ਕੀਤੀਆਂ, ਜੋ ਉਹਦੀਆਂ ਸਪੀਚਾਂ ਹੈਗੀਆਂ, ਉਹਦੇ ਉੱਤੇ ਆਪਾਂ ਉਹਦੀ ਸੋਚ ਦੇ ਉੱਤੇ ਹੁਣ ਪਹਿਰਾ ਦਈਏ। ਪਰ ਆਪਾਂ ਅੱਜ ਦੇ ਇਸ ਦੁਖਦਾਈ ਸਮੇਂ ਦੇ ਵਿੱਚ, ਕਿਉਂਕਿ ਜਿਹਦੇ ਨਾਲ ਵੀ ਬੜੇ ਸਾਨੂੰ ਵੀ ਬੜੇ ਫੋਨ ਆਏ, ਕਿਉਂਕਿ ਉਹਦੇ ਨਾਲ ਅਕਸਰ ਗੱਲ ਵੀ ਹੁੰਦੀ ਰਹਿੰਦੀ ਸੀ ਫੋਨ ਦੇ ਉੱਤੇ ਦੀਪ ਸਿੱਧੂ ਦੇ ਨਾਲ ਜਦੋਂ ਕਿਸਾਨੀ ਮੋਰਚਾ ਚੱਲਿਆ, ਜੀ ਤੇ ਕੋਈ ਇਹ ਨਹੀਂ ਸੀ ਕਿ ਵੀ ਉਹ ਮਾੜੇ ਮੋਟੇ ਕੋਈ ਘਰ ਦਾ ਬੰਦਾ ਸੀ, ਬੜਾ ਪੜ੍ਹੀ ਲਿਖੀ ਐਜੂਕੇਟਡ ਸਾਰੀ ਫੈਮਿਲੀ ਸੀ, ਰੱਜੇ ਪੁੱਜੇ ਸੀ, ਬੜਾ ਪੈਸਾ ਸੀ, ਸਾਰਾ ਕੁਝ ਉਹਨੇ ਨਿਰਸਵਾਰਥ ਹੋ ਕੇ ਜਿਹੜੀ ਕੌਮ ਦੀ ਸੇਵਾ ਕੀਤੀ ਹੈ, ਜਿਸ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਾਂ ਅੱਜ ਸੋਸ਼ਲ ਮੀਡੀਆ ਦੇਖ ਲਈਏ, ਸੋਸ਼ਲ ਮੀਡੀਆ ਪੂਰਾ ਭਰਿਆ ਪਿਆ, ਪੂਰੇ ਗੁਰੂ ਘਰਾਂ 'ਚ ਅਰਦਾਸਾਂ ਹੋ ਰਹੀਆਂ, ਕੈਂਡਲ ਵੀਲਸ ਹੋ ਰਹੀਆਂ, ਸਹਿਜ ਪਾਠ ਖੁੱਲ੍ਹ ਰਿਹਾ ਆ। ਸੋ ਇੰਨਾ ਜਿਹੜਾ ਪੂਰਾ ਵਰਲਡ ਜਿਹੜਾ ਸੀ ਉਹਨੂੰ ਨੌਜਵਾਨ ਨੂੰ ਪਿਆਰ ਕਰਦਾ ਸੀ। ਔਰ ਦੂਜੀ ਗੱਲ ਇਹ ਹੈਗੀ ਆ ਕਿ ਜਿਹੜੇ ਕੌਮੀ ਸੰਘਰਸ਼ੀ ਯੋਧੇ ਹੁੰਦੇ ਆ, ਜਿਨ੍ਹਾਂ ਨੇ ਕੌਮ ਦੀ ਗੱਲ ਕਰਨੀ, ਹੱਕਾਂ ਦੀ ਗੱਲ ਕਰਨੀ ਆ, ਉਹਨਾਂ ਦੀ ਉਮਰ ਜਿਹੜੀ ਉਹ ਬਿਲਕੁਲ ਥੋੜ੍ਹੀ ਹੁੰਦੀ ਆ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਜਦੋਂ ਸ਼ਹਾਦਤ ਹੋਈ ਉਹਨਾਂ ਦੀ ਉਮਰ ਵੀ 37 ਸਾਲ ਦੀ ਸੀ। ਔਰ ਦੀਪ ਸਿੱਧੂ ਦੀ ਜਿਹੜੀ ਹੁਣ ਉਹ ਸਡਨਲੀ ਜੋ ਹੋਇਆ, ਇਹਦੀ ਉਮਰ ਵੀ ਜਿਹੜੀ ਸੀ ਉਹ ਤਕਰੀਬਨ 1984 ਜਿਹਦਾ ਜਨਮ ਹੋਇਆ, 2022 ਦੇ ਵਿੱਚ ਇਹਦਾ ਕਤਲ ਕਰਵਾ ਦਿੱਤਾ ਗਿਆ ਸਰਕਾਰਾਂ ਵੱਲੋਂ। ਇਹਦੀ ਉਮਰ ਵੀ ਜਿਹੜੀ ਸੀ ਉਹ 37 ਸਾਲ ਦੀ ਸੀ। ਸੋ ਇਹ ਯੋਧਿਆਂ ਦੀਆਂ ਜਿਹੜੀਆਂ ਉਮਰਾਂ ਇਹ ਥੋੜ੍ਹੀਆਂ ਹੀ ਹੁੰਦੀਆਂ ਆ। ਔਰ ਮੈਂ ਸਮਝਦਾ ਕਿ ਇਹ ਥੋੜ੍ਹੀ ਉਮਰ 'ਚ ਸਾਲ ਸਵਾ ਸਾਲ ਦੇ ਵਿੱਚ ਹੀ, ਕਿਉਂਕਿ ਪਹਿਲਾਂ ਤਾਂ ਬੰਬੇ ਰਹਿੰਦਾ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ ਇਹਨਾਂ ਦੀ ਬਿਲਕੁਲ ਕਿ ਐਕਟਰ ਸੀਗਾ ਇੱਕ ਲੋਕਾਂ ਦਾ, ਉਹ ਆਪਦੀ ਉਸ ਦੁਨੀਆ ਦੇ ਵਿੱਚ ਰਹਿ ਰਿਹਾ ਸੀ। ਔਰ ਸਡਨਲੀ ਉਹਦੇ ਮਨ ਨੂੰ ਇੱਕ ਇਦਾਂ ਦਾ ਮਨ ਦੇ ਅੰਦਰ ਭਾਵਨਾ ਉੱਠੀ ਕਿ ਪੰਜਾਬ ਦੇ ਵਿੱਚ ਆ ਕੇ ਖੜ ਗਿਆ। ਔਰ ਜਿਸ ਕਰਕੇ ਸਾਲ ਸਵਾ ਸਾਲ ਦੇ ਵਿੱਚ ਹੀ ਜਿਹੜਾ ਇੱਕ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਬਣ ਕੇ ਉੱਭਰਿਆ। ਸੋ ਅਸੀਂ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਤੁਹਾਡੇ ਮੀਡੀਆ ਦੇ ਰਾਹੀਂ ਉਸ ਦੀਪ ਸਿੱਧੂ ਨੂੰ, ਸੰਦੀਪ ਸਿੰਘ ਦੀਪ ਸਿੱਧੂ ਨੂੰ ਜਿਹੜੀ ਆ ਉਹ ਅਸੀਂ ਸ਼ਰਧਾਂਜਲੀ ਵੀ ਭੇਂਟ ਕਰਦੇ ਹਾਂ, ਔਰ ਨਾਲ ਬੇਨਤੀ ਵੀ ਕਰਦੇ ਹਾਂ ਕਿ ਸ਼ਰਧਾਂਜਲੀ ਸੱਚੀ ਇਹੀ ਆ ਉਹਨਾਂ ਨੂੰ ਕਿ ਆਪਾਂ ਉਹਨਾਂ ਦੀ ਸੋਚ ਜਿਹੜੀ ਸੀ, ਜੋ ਉਹਨਾਂ ਨੇ ਆਪਾਂ ਨੂੰ ਉਹ ਨੌਜਵਾਨਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ, ਉਹਦੇ ਉੱਤੇ ਆਪਾਂ ਸਾਰੇ ਰਲ ਮਿਲ ਕੇ ਜਿਹੜਾ ਹੈਗਾ ਉਹ ਆਪਾਂ ਪਹਿਰਾ ਦਈਏ। ਸੋ ਬੜਾ ਦੁਖਦਾਈ ਸਮਾਂ ਆ, ਬੜੇ ਫੋਨ ਵੀ ਆਉਂਦੇ, ਕਈ ਵਾਰੀ ਗੱਲ ਵੀ ਕਰਨ ਨੂੰ ਦਿਲ ਨਹੀਂ ਕਰਦਾ, ਮਨ ਭਰਿਆ ਹੁੰਦਾ, ਕਿਉਂਕਿ ਇੱਦਾਂ ਦੇ ਜਿਹੜੇ ਨੌਜਵਾਨ ਹੁੰਦੇ ਬਹੁਤ ਸਮੇਂ ਬਾਅਦ ਕਿਤੇ ਕੌਮ ਨੂੰ ਮਿਲਦੇ ਆ। ਸੋ ਬਹੁਤ ਵੱਡਾ ਮੈਂ ਸਮਝਦਾ ਕਿ ਇੱਕ ਪੰਜਾਬ ਨੂੰ, ਪੰਜਾਬੀਆਂ ਨੂੰ, ਸਿੱਖਾਂ ਨੂੰ ਬਹੁਤ ਵੱਡਾ ਘਾਟਾ ਉਸ ਨੌਜਵਾਨ ਦੇ ਜਾਣ ਨਾਲ ਪਿਆ। ਹਾਂਜੀ ਬਿਲਕੁਲ, ਦੀਪ ਸਿੱਧੂ ਵਰਗੇ ਲੋਕ ਬਹੁਤ ਘੱਟ ਹੁੰਦੇ ਨੇ ਤੇ ਇਹ ਹਰ ਵਾਰੀ ਇਸ ਤਰ੍ਹਾਂ ਪੈਦਾ ਨਹੀਂ ਹੁੰਦੇ ਨੇ ਜਿਨ੍ਹਾਂ ਤੇ ਕਿਰਪਾ ਅਕਾਲ ਪੁਰਖ ਦੀ ਬਣ ਜਾਂਦੀ ਹੈ ਤੇ ਜਿਹੜੇ ਕਿ ਅਕਾਲ ਪੁਰਖ ਤੋਂ ਸਮਰਪਣ ਹੋ ਕੇ ਹੱਕ ਤੇ ਸੱਚ ਦੀ ਗੱਲ ਕਰਦੇ ਨੇ, ਜਿਨ੍ਹਾਂ ਨੂੰ ਕਿਸੇ ਤੋਂ ਜੋ ਕਿਸੇ ਤੋਂ ਵੀ ਪੈ ਪੀਤ ਨਹੀਂ ਹੁੰਦੇ ਨੇ, ਜਿਹੜੀ ਗੱਲ ਕਹਿ ਦਿੰਦੇ ਨੇ ਉਸੇ ਗੱਲ ਤੇ ਅਟਲ ਰਹਿੰਦੇ ਨੇ। ਇਹ ਦੀਪ ਸਿੱਧੂ ਜਿਵੇਂ ਜਿਵੇਂ ਸੰਘਰਸ਼ ਦੇ ਵਿੱਚ ਵਿਚਰੇ ਨੇ, ਆਪਣੀ ਲਗਜ਼ਰੀ ਜ਼ਿੰਦਗੀ ਨੂੰ ਛੱਡ ਕੇ ਕਿਸਾਨਾਂ ਦੇ ਨਾਲ ਵਿਚਰਨਾ, ਗਰੀਬਾਂ ਦੇ ਨਾਲ ਉਹਨਾਂ ਨੇ ਖੜੇ ਹੋ ਕੇ ਗੱਲ ਕੀਤੀ, ਯੂਥ ਨੂੰ ਆਪਣਾ ਬਣਾ ਲਿਆ। ਅੱਜ ਹਰ ਇੱਕ ਯੂਥ, ਹਰ ਇੱਕ ਜਵਾਨ ਪੰਜਾਬ ਦਾ ਉਹਦੀ ਜਾਣ ਤੇ ਅੱਖਾਂ ਵਿੱਚ ਲਹੂ ਦੇ ਹੰਝੂ ਘੇਰੇ ਹੋਏ ਨੇ। ਇਹਨੂੰ ਤਾਂ ਮੈਂ ਲਹੂ ਦੇ ਹੰਝੂ ਇੱਕ ਕਹਾਂਗੀ ਕਿ ਸਮੁੱਚੇ ਸਾਰੇ ਜਗਤ ਨੂੰ ਇੱਕ ਤਰੀਕੇ ਦਾ ਧੱਕਾ ਹੀ ਮਿਲ ਗਿਆ ਕਿ ਸੋਨੀਪਤ ਤੇ ਲਾਗੇ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ, ਚੜਾਈ ਕਰ ਗਿਆ ਤੇ ਕਈ ਲੋਕਾਂ ਨੇ ਐਸੀਆਂ ਸਾਜ਼ਿਸ਼ਾਂ ਘੜੀਆਂ। ਹਾਂ, ਇਹਦੇ ਵਿੱਚ ਇੱਕ ਗੱਲ ਬੜਾ ਵੱਡਾ ਸਵਾਲ ਆਉਂਦਾ ਕਿ ਉਹਦਾ ਡਰਾਈਵਰ ਨੂੰ ਕੁਛ ਨਹੀਂ ਹੋਇਆ, ਡਰਾਈਵਰ ਭੱਜ ਖੜਿਆ, ਡਰਾਈਵਰ ਕਿੱਥੇ ਚਲਾ ਗਿਆ। ਤੇ ਹੁਣ ਕਈ ਵਾਰੀ ਕਈ ਸਾਜ਼ਿਸ਼ਾਂ ਹੋਰ ਘੜੀਆਂ ਜਾਂਦੀਆਂ ਕਿ ਜਿਹੜੇ ਉਹਨਾਂ ਦੇ ਨਾਲ ਪੈਸੇਂਜਰ ਬੈਠੇ ਸਨ ਉਹਨਾਂ ਨੂੰ ਕੀ ਹੋਇਆ। ਇਹ ਕਈ ਵਾਰੀ ਲੋਕਾਂ ਦੇ ਉੱਤੇ ਤੋਮਤਾਂ ਪੱਟੀਆਂ ਜਾਂਦੀਆਂ ਨੇ ਕਿ ਆਪਾਂ ਕਿਸੇ ਤਰੀਕੇ ਦੇ ਨਾਲ ਆਪਣੇ ਮੱਥਿਓਂ ਦਾਗ ਧੋ ਕੇ ਤੇ ਆਪਾਂ ਜਿਹੜੇ ਨਾਲ ਦੇ ਹੈਗੇ ਨੇ, ਜਿਹੜੇ ਉਹਨਾਂ ਦੇ ਨਾਲ ਗੱਡੀ 'ਚ ਸਵਾਰ ਸਨ, ਉਹਨਾਂ ਦੇ ਮੱਥੇ ਤੇ ਮੰਨ ਦੇਣਾ ਹੈ ਕਿ ਉਹ ਕਰਕੇ ਹੋਇਆ ਜਾਂ ਉਹ ਸ਼ਾਮਿਲ ਸਨ। ਇੱਥੇ ਇੱਕ ਸਵਾਲ ਤਾਂ ਬਹੁਤ ਵੱਡਾ ਹੀ ਹੈਗਾ ਕਿ ਦੀਪ ਸਿੱਧੂ ਦਾ ਡਰਾਈਵਰ ਕਿੱਥੇ, ਗੱਡੀ ਇਸ ਤਰੀਕੇ ਦੇ ਨਾਲ ਟਰੱਕ ਦੇ ਹੇਠਾਂ ਆਈ ਹੈ, ਦੀਪ ਸਿੱਧੂ ਚਲਾ ਗਿਆ ਪਰ ਡਰਾਈਵਰ ਉਹਦਾ ਕਿੱਥੇ ਚਲਾ ਗਿਆ? ਕੀ ਉਹਦਾ ਡਰਾਈਵਰ ਨਾਲ ਇਸ ਸਾਜ਼ਿਸ਼ ਦੇ ਵਿੱਚ ਸੀਗਾ? ਭੈਣ ਜੀ ਇਹ ਗੱਲ ਹੈ ਨਾ ਹਜੇ ਤੱਕ ਪੂਰੀ, ਕਿਉਂਕਿ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਸਾਡੇ ਵੀ ਪੰਜਾਬ 'ਚ ਹੁੰਦੀ ਰਹੀ ਗੱਲ, ਬੰਦੇ ਉੱਥੇ ਸਾਰੇ ਜਿਹੜੇ ਪਹੁੰਚ ਗਏ ਸੀ। ਗੱਲ ਇਹ ਨਾ ਹਜੇ ਤੱਕ ਪੂਰੀ ਕਲੈਰਿਟੀ ਨਹੀਂ ਹੋ ਰਹੀ ਕਿ ਉਸ ਵੇਲੇ, ਕਿਉਂਕਿ ਹਜੇ ਜਿਹੜੀ ਗੱਲ ਆ ਰਹੀ ਕਿ ਦੀਪ ਸਿੱਧੂ ਗੱਡੀ ਡਰਾਈਵ ਕਰ ਰਿਹਾ ਸੀ ਔਰ ਉਹਦੇ ਨਾਲ ਉਹਦੀ ਜਿਹੜੀ ਰੀਨਾ ਰਾਏ ਸੀਗੀ ਉਹ ਉਸ ਵੇਲੇ ਜਿਹੜੀ ਸੀ ਉਹ ਨਾਲ ਪੈਸੇਂਜਰ ਸੀਟ ਦੇ ਉੱਤੇ ਜਿਹੜੇ ਉਹ ਬੈਠੇ ਸੀਗੇ।
ਪਰ ਦੇਖੋ ਜਦੋਂ ਹਨਾ ਸਰਕਾਰਾਂ ਨੇ ਇਦਾਂ ਦੀਆਂ ਗੱਲ ਕਈ ਕੰਮ ਇਦਾਂ ਦੇ ਕੰਮ ਕਰਨੇ ਹੁੰਦੇ ਵੈਲ ਪਲਾਨ ਕਰਕੇ, ਉਹ ਫਿਰ ਕਈ ਸਾਜ਼ਿਸ਼ਾਂ ਰਚਦੇ ਆ, ਕਈਆਂ ਨੇ ਕਿਸੇ ਤਰ੍ਹਾਂ ਦੀ ਇਲਜ਼ਾਮ ਲਾਉਣੇ, ਇਦਾਂ ਸੀ ਕੁਛ ਸੀ ਸਾਰਾ ਕੁਝ। ਇਦਾਂ ਦੀ ਕੋਈ ਗੱਲ ਨਹੀਂ ਸੀ, ਬਹੁਤ ਵਧੀਆ ਨੌਜਵਾਨ ਸੀ, ਉਹ ਤਾਂ ਚਾਹ ਤੱਕ ਵੀ ਨਹੀਂ ਸੀ ਪੀਂਦਾ, ਕਿਉਂਕਿ ਕਈ ਵਾਰੀ ਪੁਲਿਸ ਨੇ ਸਟੇਟਮੈਂਟ ਦੇ ਵਿੱਚ ਕੋਈ ਅਲਕੋਹਲ ਦੀ ਜਿਹੜੀ ਕੋਈ ਇਦਾਂ ਦੀ ਗੱਲ ਨਹੀਂ। ਉੱਥੇ ਬੰਦਿਆਂ ਨੇ ਲਾਈਵ ਹੋ ਕੇ ਦੱਸਿਆ, ਉਹਨਾਂ ਨੇ ਉਹਦੀ ਗੱਡੀ ਦੀ ਵੀਡੀਓ ਬਣਾਈ ਆ, ਸਿਰਫ ਪਾਣੀ ਦੀ ਬੋਤਲ, ਇੱਕ ਸੈਨੀਟਾਈਜ਼ਰ ਦੀ ਜਿਹੜੀ ਸ਼ੀਸ਼ੀ ਉਹ ਆਲ ਦਾ ਟਾਈਮ ਕੋਲ ਰੱਖਦਾ ਸੀ। ਦੋ ਚੀਜ਼ਾਂ। ਤੀਜੀ ਫਤਿਹ ਮੈਗਜ਼ੀਨ ਜਿਹੜਾ ਸ਼ਹੀਦਾਂ ਦਾ ਇਤਿਹਾਸ ਸੀ, ਉਹ ਖੂਨ ਨਾਲ ਲੱਥ-ਪੱਥ ਹੋਇਆ, ਉਹਦੀ ਗੱਡੀ ਦੇ ਵਿੱਚੋਂ ਮਿਲਿਆ। ਔਰ ਤੁਸੀਂ ਸਟੇਟਮੈਂਟਾਂ ਦੇਖ ਲਓ ਜਿਹੜੇ ਉਹਦੇ ਨਾਲ ਦੇ ਸੀ, ਔਰ 2-2 3-3 ਘੰਟੇ ਐਕਸਰਸਾਈਜ਼ ਕਰਦਾ ਸੀ, ਹਰ ਵੇਲੇ ਇਤਿਹਾਸ ਪੜ੍ਹਨਾ, ਚਾਹ ਉਹਨੇ ਨਹੀਂ ਪੀਣੀ। ਸੋ ਇੱਦਾਂ ਦਾ ਕਮਿਟਡ ਜਿਹੜਾ ਬੰਦਾ ਸੀ। ਔਰ ਹਮੇਸ਼ਾ ਉਹ ਆਪਣੇ ਇੰਟਰਵਿਊ ਦੇ ਵਿੱਚ ਵੀ ਗੱਲ ਇਹ ਕਰਦਾ ਸੀ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਨੂੰ ਆਪਣਾ ਰੋਲ ਮਾਡਲ ਮੰਨਦਾ, ਕਿਉਂਕਿ ਸੰਤ ਹਮੇਸ਼ਾ ਸਪੀਚ 'ਚ ਇਹ ਗੱਲ ਕਹਿੰਦੇ ਸੀ ਕਿ ਮੈਂ ਸਰੀਰਕ ਮੌਤ ਨੂੰ ਮੌਤ ਨਹੀਂ ਮੰਨਦਾ, ਜ਼ਮੀਨ ਦਾ ਮਰ ਜਾਣਾ ਹੀ ਬੰਦੇ ਦੀ ਯਕੀਨਨ ਮੌਤ ਆ। ਸੋ ਇਸ ਕਰਕੇ ਸਰਕਾਰਾਂ ਨੇ ਹੁਣ ਦੇਖ ਲਓ ਪਰਚੇ ਜਿਹੜੇ ਉਸ ਵੇਲੇ ਇਹ ਜਦੋਂ ਲਾਲ ਕਿਲ੍ਹੇ ਦੀ ਘਟਨਾ ਵਾਪਰੀ ਆ, ਝੰਡਾ ਕੇਸਰੀ ਉੱਤੇ ਚੜਾਇਆ, ਔਰ ਉਦੋਂ ਪਰਚੇ ਤਾਂ ਬਹੁਤ ਸਾਰੇ ਕਿਸਾਨਾਂ ਦੇ ਹੋਰ ਵੀ ਹੋਏ ਸੀ, ਪਰ ਗ੍ਰਿਫਤਾਰ ਇਹਨੂੰ ਹੀ ਕੀਤਾ ਗਿਆ ਕਿਉਂਕਿ ਇਹਨੂੰ ਟਾਰਗੇਟ ਕੀਤਾ ਗਿਆ। ਸਰਕਾਰਾਂ ਨੇ ਦੇਖ ਲਿਆ, ਅੰਦਰ ਦੇਖ ਲਿਆ, ਧਮਕਾ ਵੀ ਲਿਆ, ਫਿਰ ਇਹਨੂੰ ਖਰੀਦਣ ਦੀ ਕੋਸ਼ਿਸ਼ ਵੀ ਕੀਤੀ। ਇਹ ਨਾ ਵਿਕਿਆ, ਨਾ ਝੁਕਿਆ, ਨਾ ਸਰਕਾਰ ਅੱਗੇ ਕੋਈ ਇਹਨੇ ਸੌਦਾ ਕੀਤਾ, ਨਾ ਇਹਨੇ ਜ਼ਮੀਨਾਂ ਦੇ ਸੌਦੇ ਕੀਤੇ, ਜਿਸ ਕਰਕੇ ਸਰਕਾਰ ਦੇ ਏਜੰਸੀਆਂ ਦੇ ਅੱਖਾਂ ਦੇ ਵਿੱਚ ਉਹ ਰੜਕ ਰਿਹਾ ਸੀ। ਔਰ ਉਹਨਾਂ ਨੇ ਸਾਰੀ ਸਾਜ਼ਿਸ਼ ਬਣਾ ਕੇ, ਮੈਂ ਸਮਝਦਾ ਕਿ ਇੱਕ ਜਿਹੜਾ ਹੀਰਾ ਸੀ ਕੌਮ ਦਾ, ਮੈਂ ਸਮਝਦਾ ਕਿ ਉਹ ਸਾਤੋਂ ਸਦਾ ਵਾਸਤੇ ਖੋਲ ਗਿਆ, ਉਹ ਸਾਡੇ ਕੋਲ ਸਦਾ ਵਾਸਤੇ। ਬਿਲਕੁਲ ਜੀ, ਬਹੁਤ ਹੀ ਦੁਖਾਂਤ ਹੁੰਦਾ ਜੋ ਅਚਨਚੇਤ ਐਸੀਆਂ ਸਿੱਖਾਂ 'ਚ ਮੌਤਾਂ ਹੋ ਜਾਣ। ਕਦੀ ਨਹੀਂ ਸੁਣਿਆ ਕਿ ਕਦੀ ਕਿਸੇ ਹੋਰ ਧਰਮ ਦੇ ਵਿੱਚ ਕੋਈ ਐਸਾ ਜਿਹੜਾ ਕਿ ਕੌਮ ਨੂੰ ਲੀਡ ਕਰਨ ਵਾਲਾ ਅਤੇ ਕੌਮ ਨੂੰ ਸੁਚੇਤ ਕਰਨ ਵਾਲਾ ਅਚਨਚੇਤ ਚੜਾਈ ਕਰ ਗਿਆ। ਕਿਉਂਕਿ ਦੀਪ ਸਿੱਧੂ ਦੀ ਇੱਕ ਆਖਰੀ ਵੀਡੀਓ ਵੀ ਆਪਨੇ ਸ਼ਾਇਦ ਸੁਣੀ, ਆਪਾਂ ਤੁਹਾਨੂੰ ਉਹਦਾ ਥੋੜ੍ਹਾ ਜਿਹਾ ਸੁਣਾਵਾਂਗੇ ਕਿ ਗੁਲਾਮ ਸੋਚ ਹੈ, ਅਤੇ ਆਪਣੀ ਗੁਲਾਮ ਸੋਚ ਨੂੰ ਤੁਸੀਂ ਸੋਚ ਲਓ, ਮੰਨ ਲਓ ਕਿ ਤੁਸੀਂ ਗੁਲਾਮ ਹੋ, ਸਾਡਾ ਕੋਈ ਵੀ ਇੱਥੇ ਨਹੀਂ ਹੈ, ਸਾਨੂੰ ਆਪਣੀ ਗੁਲਾਮੀ ਨੂੰ ਆਜ਼ਾਦ ਕਰਨਾ ਪਏਗਾ। ਇੱਕ ਪਾਸੇ ਉਹਨੇ ਹੱਥ ਵਿੱਚ ਝਾੜੂ ਫੜ ਲਿਆ ਅਤੇ ਇੱਕ ਪਾਸੇ ਕਿਰਪਾਨ ਫੜ ਲਈ। ਕੀ ਕਾਰਨ ਸਨ, ਕੀ ਦੱਸਣਾ ਚਾਹੁੰਦੇ ਸਨ? ਆਪਾਂ ਕੁਲਵੰਤ ਜੀ ਨੂੰ ਪੁੱਛਦੇ ਹਾਂ ਇਹਦੇ ਬਾਰੇ ਦੱਸਣ। ਜੀ ਭਾਈ ਦੇਖੋ, ਆਹ ਜਿਹੜੀ ਤੁਸੀਂ ਦੱਸਿਆ, ਇਹ ਜਦੋਂ ਇਹ ਭਾਵੇਂ ਉਹਨਾਂ ਨੇ ਕਈ ਵਾਰੀ ਸਟੇਟਮੈਂਟ ਇਹ ਦਿੱਤੀ ਸੀ ਕਿ ਜਿਹੜੀਆਂ ਆਪਾਂ ਇਲੈਕਸ਼ਨਾਂ ਲੜਦੇ, ਭਾਵੇਂ ਜਿੰਨੀਆਂ ਮਰਜ਼ੀ ਜਿਹੜੀਆਂ, ਕਿਉਂਕਿ ਪਾਵਰਾਂ ਹੀ ਸਾਰੀਆਂ ਸੈਂਟਰ ਦੇ ਹੱਥ ਦੇ ਵਿੱਚ ਆ, ਸਰਕਾਰਾਂ ਦੇ ਵੱਸ ਦੀ ਕੋਈ ਗੱਲ ਨਹੀਂ, ਪਰ ਫਿਰ ਵੀ ਜਿਹੜੇ ਲੋਕ ਉਸ ਵੇਲੇ ਉਹਨੂੰ ਕਹਿੰਦੇ ਸੀ ਕਿ ਦੀਪ ਸਿੱਧੂ ਮੋਰਚੇ ਦੇ ਵਿੱਚ ਕੋਈ ਪਾਰਟੀ ਬਣਾਉਣਾ ਆ, ਰਾਜਨੀਤਿਕ ਲਾਹਾ ਲੈਣਾ। ਜੇ ਆਪਾਂ ਇਹਨੂੰ ਨਾ ਥੋੜੇ ਪਿੱਛੇ ਦੇਖ ਲਈਏ ਕਿ ਜਿੰਨੇ ਉਹਦੇ ਪਹਿਲਾਂ ਲਿੰਕ ਸੀ ਸਨੀ ਦਿਓਲ ਨਾਲ ਜਾਂ ਵੱਡੇ ਲੀਡਰਾਂ ਨਾਲ, ਮਤਲਬ ਫੋਟੋ ਉਹਦੀਆਂ ਆਈਆਂ, ਲੋਕਾਂ ਨੇ ਵਾਇਰਲ ਵੀ ਕੀਤੀਆਂ, ਤਾਂ ਉਹ ਜਿੰਨੀਆਂ ਮਰਜ਼ੀ ਟਿਕਟਾਂ ਲੈ ਕੇ ਮਿਨਿਸਟਰ ਬਣ ਸਕਦਾ ਸੀ, ਜਿੰਨੀ ਉਹਦੀ ਅਪਰੋਚ ਸੀ ਸੈਂਟਰ ਸਰਕਾਰ ਤੱਕ ਸਨੀ ਦਿਓਲ ਦੇ ਥਰੂ। ਉਹਨੇ ਸਨੀ ਪਰਿਵਾਰ ਨੂੰ ਵੀ ਛੱਡ ਦਿੱਤਾ, ਉਹਨੇ ਸਾਰਿਆਂ ਨੂੰ ਛੱਡਦਾ। ਈਵਨ ਮੈਂ ਇੱਕ ਮਾੜੀ ਜਿਹੀ ਗੱਲ ਵਿੱਚ ਐਡ ਕਰ ਦਵਾਂ, ਜਦੋਂ ਸਨੀ ਦਿਓਲ ਦੇ ਪ੍ਰਚਾਰ ਇਹ ਕਰ ਰਿਹਾ ਸੀ ਨਾ ਗੁਰਦਾਸਪੁਰ ਦੇ ਵਿੱਚ, ਉੱਥੇ ਕੋਈ ਮੰਚ ਤੇ ਕੋਈ ਗੱਲ ਹੋਈ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਖਿਲਾਫ, ਜਿਸ ਕਰਕੇ ਇਹਨੇ ਜਿਹੜਾ ਸੀ ਉਹਨਾਂ ਨੂੰ ਟੋਟਲੀ ਉਸ ਵੇਲੇ ਛੱਡ ਦਿੱਤਾ ਸੀ ਕਿ ਯਾਰ ਤੁਹਾਡੀ ਸੋਚ ਤਾਂ ਕਿੱਥੇ ਖੜੀ ਆ, ਪਰ ਅਸੀਂ ਤਾਂ ਇਹ ਸੰਤਾਂ ਦੀ ਸੋਚ ਦੇ ਧਾਰਨੀ, ਸਿੱਖੀ ਸੋਚ ਦੇ ਧਾਰਨੀ ਆ, ਜਿਸ ਕਰਕੇ ਇਹ ਉਦੋਂ ਹੀ ਪਿੱਛੇ ਹਟ ਗਿਆ ਸੀ। ਕਿਸਾਨੀ ਮੋਰਚੇ ਦੇ ਵਿੱਚ ਆਪਾਂ ਦੇਖਿਆ ਕਿ ਕਿੰਨੇ ਫਿਲਮੀ ਐਕਟਰ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਬੰਬੇ ਦੇ ਵਿੱਚ ਬੈਠੇ ਆ, ਕਿੰਨੇ ਆ ਕੇ ਆਵਾਜ਼ ਉਠਾਈ ਪੰਜਾਬੀਆਂ ਦੇ ਨਾਲ ਖੜੇ ਆ। ਕੋਈ ਕਿਸਾਨੀ ਬਿੱਲਾਂ ਨਾ, ਕੋਈ ਪੰਜਾਬ ਦੀ ਨੌਜਵਾਨੀ ਦਾ ਇੰਨਾ ਘਾਣ ਹੋਇਆ, ਕੋਈ ਕਿਸੇ ਨੇ ਆਵਾਜ਼ ਤੱਕ ਨਹੀਂ ਚੱਕੀ। ਪਰ ਇਹ ਦੇਖੋ ਕਿ ਜਿਹੜੇ ਬੰਦੇ ਐਲੀਗੇਸ਼ਨ ਇਹ 'ਤੇ ਲਾ ਰਹੇ ਸੀ, ਅੱਜ ਉਹ ਬੰਦੇ ਇਲੈਕਸ਼ਨਾਂ ਵੀ ਲੜ ਰਹੇ ਆ, ਉਹ ਬੰਦੇ ਦੂਜੀਆਂ ਪਾਰਟੀਆਂ ਵਿੱਚ ਜਾ ਕੇ, ਹੌਬੀ ਧਾਲੀਵਾਲ ਹੋ ਗਿਆ, ਜੱਸੀ ਜਸਰਾਜ ਹੋ ਗਿਆ, ਕੱਲ੍ਹ ਉਹ ਭਾਜਪਾ ਦੇ ਵਿੱਚ ਜਾ ਕੇ ਜਿਹੜੇ ਹਜੇ ਪਰਸੋਂ ਭਾਜਪਾ ਨੂੰ ਗਾਲਾਂ ਕੱਢਦੇ ਸੀ, ਅੱਜ ਉਹ ਭਾਜਪਾ ਦੇ ਜਿਹੜੇ ਆ ਉਹ ਗਲਾਂ ਦੇ ਵਿੱਚ ਪਰਨੇ ਪਾਈ ਫਿਰਦੇ ਆ। ਉਹ ਕਹਿੰਦੇ ਮੋਦੀ ਬੰਦੇ ਬੜਾ ਚੰਗਾ ਜੀ, ਇਹਨੇ ਬੜਾ ਕੁਛ ਕੀਤਾ। ਹੁਣ ਆਪਾਂ ਦੇਖੀਏ, ਉਹਨੇ ਬਾਰ-ਬਾਰ ਦੀਪ ਸਿੱਧੂ ਨੇ ਆਪਣੀਆਂ ਬਹੁਤ ਮੈਂ ਇੰਟਰਵਿਊ ਉਹਨਾਂ ਦੀਆਂ ਦੇਖੀਆਂ, ਉਹਨੇ ਹਮੇਸ਼ਾ ਪੰਜਾਬ ਦੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਗੱਲ ਕੀਤੀ ਆ ਕਿ ਜਿੰਨਾ ਚਿਰ ਆਪਾਂ ਪੰਜਾਬ ਇੰਡੀਪੈਂਡੈਂਟ ਨਹੀਂ ਨਾ ਹੁੰਦਾ, ਸਰਕਾਰੀ ਕਬਜ਼ੇ ਦੇ ਥੱਲਿਓਂ ਆਜ਼ਾਦ ਨਹੀਂ ਹੁੰਦਾ, ਆਪਾਂ ਨੂੰ ਕਦੇ ਇਨਸਾਫ ਨਹੀਂ ਮਿਲਣਾ। ਦੇਖੋ ਪੰਜਾਬ 'ਚ ਧੜ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਕਿੰਨੇ ਦੋਸ਼ੀ ਫੜੇ, ਸਜ਼ਾ ਕਿਸੇ ਨੂੰ ਨਹੀਂ ਮਿਲੀ। ਹੁਣ ਆਪਾਂ ਇੱਥੇ ਬਾਹਰਲੀਆਂ ਕੰਟਰੀਆਂ ਵਿੱਚ ਰਹਿੰਦੇ ਆ, ਬਗਾਨੀਆਂ ਕੰਟਰੀਆਂ ਨੂੰ ਆਪਾਂ ਕਹਿੰਦੇ ਕਿ ਬਗਾਨੀ ਕੰਟਰੀ 'ਚ ਬੈਠੇ, ਇੱਥੇ ਕਰੇ ਅੱਜ ਤੱਕ ਗੁਰੂ ਗ੍ਰੰਥ ਦੀ ਬੇਅਦਬੀ ਹੋਈ ਕਦੇ ਪਤਾ, ਕਿਉਂਕਿ ਪਤਾ ਆ ਵੀ ਜਿਹੜਾ ਬੰਦਾ ਫੜਿਆ ਗਿਆ ਉਹਨੂੰ ਸਜ਼ਾ ਮਿਲਣੀ ਆ। ਉਹ ਇਸ ਕਰਕੇ ਉੱਥੇ ਜਿਹੜੀਆਂ ਇਹ ਸਾਰਾ ਕੁਛ ਰਾਜਨੀਤਿਕ ਲਾਹਾ ਲੈਣ ਲਈ ਇੱਦਾਂ ਨਾ ਕਦੇ ਸਿਰਸੇ ਸਾਧ ਨੂੰ ਮਾਫੀਆਂ ਦਿੱਤੀਆਂ ਗਈਆਂ,
ਹੁਣ ਤੁਹਾਡੇ ਸਾਹਮਣੇ ਬਲਵੰਤ ਸਿੰਘ ਰਾਜੋੜਾ ਨੂੰ 1 ਘੰਟੇ ਦੀ ਪਰੋਲ ਦਿੱਤੀ ਗਈ ਆ, ਸਿਰਸੇ ਸਾਨੂੰ 21 ਦਿਨ ਲਈ ਬਾਹਰ ਛੱਡਿਆ ਗਿਆ ਜਿਹੜਾ ਬਲਾਤਕਾਰੀ ਸੀਗਾ। ਸੋ ਇਹ ਉੱਥੇ ਬਹੁ ਗਿਣਤਾ ਭਾਈਚਾਰਾ ਆ ਜਾਂ ਮੈਜੋਰਿਟੀ ਆ, ਉਹਨੇ ਹਮੇਸ਼ਾ ਹੀ ਮਾਈਨੋਰਿਟੀ ਨੂੰ ਦੱਬ ਕੇ ਹੀ ਰੱਖਿਆ। ਸੋ ਇਸ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਆ, ਉਹਨੇ ਅਖੀਰਲੇ ਸਮੇਂ ਦੇ ਵਿੱਚ ਉਹਨੇ ਫਿਰ ਇਹ ਗੱਲ ਧਾਰ ਲਈ ਸੀ ਵੀ ਜੇ ਵੋਟਾਂ ਦੇ ਵਿੱਚ ਤੁਸੀਂ ਵਿਸ਼ਵਾਸ ਰੱਖਦੇ ਤੁਸੀਂ ਵੋਟ ਪਾਉਣੀ ਆ, ਤਾਂ ਦੇਖੋ ਕਾਂਗਰਸ ਨੇ ਸਿੱਖਾਂ ਦਾ ਘਾਣ ਕੀਤਾ, ਕਾਂਗਰਸ ਘਟਾਇਆ, ਅਕਾਲੀ ਦਲ ਬਾਦਲ ਦੇ ਰਾਹ 'ਚ ਬੇਅਦਬੀਆਂ ਹੋਈਆਂ, ਚਿੱਠੀਆਂ ਇਹਨਾਂ ਨੇ 1984 ਦੇ ਵਿੱਚ ਲਿਖੀਆਂ, ਸੰਤ ਭਿੰਡਰਾਂ ਨੂੰ ਸ਼ਹੀਦ ਕਰਾਉਣ ਵਾਲਾ ਅਕਾਲੀ ਦਲ ਜ਼ਿੰਮੇਵਾਰ ਹੈ, ਹੱਥ ਖੜੇ ਕਰਕੇ ਸਾਰੇ ਬਾਹਰ ਆ ਗਏ, ਕਿਉਂਕਿ ਅਸੀਂ ਤਾਂ ਇਹ ਸਾਰੇ ਕੰਮ 'ਚ ਇਨਵੋਲਵ ਨੇ, ਸਾਨੂੰ ਸਾਰਾ ਪਤਾ ਆ। ਚਿੱਠੀਆਂ ਵੀ ਮੀਡੀਆ 'ਚ ਲੀਕ ਹੋਈਆਂ ਵੀ ਸਰ ਇਹਨਾਂ ਨੇ ਅਕਾਲੀਆਂ ਦੀ ਚਿੱਠੀਆਂ ਲਿਖ ਕੇ ਸੈਂਟਰ ਗਵਰਨਮੈਂਟ ਨੂੰ ਵੀ ਕੁਛ ਕਰੋ। ਸਾਰੇ ਇਹ ਦੋਨੋਂ ਪਾਰਟੀਆਂ ਜ਼ਿੰਮੇਵਾਰ ਆ। ਜਿਹੜੀ ਤੀਜੀ ਪਾਰਟੀ ਪੰਜਾਬ ਦੇ ਵਿੱਚ ਹੋਣੀ ਆਈ ਆ ਕੇਜਰੀਵਾਲ ਦੀ, ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹੜਾ ਕੇਜਰੀਵਾਲ ਆ ਪੰਜਾਬ ਦੇ ਵਿੱਚ ਆ ਕੇ ਵੋਟਾਂ ਮੰਗ ਰਿਹਾ, ਕਹਿੰਦਾ ਮੈਂ ਦਿੱਲੀ ਦਾ ਮਾਡਲ ਲਾਗੂ ਕਰੂੰਗਾ ਪੰਜਾਬ ਦੇ ਵਿੱਚ, ਉੱਥੇ ਦਾ ਆਪਣਾ ਜਿਹੜਾ ਸਿੱਖ ਸਰਦਾਰ ਜਰਨੈਲ ਸਿੰਘ ਸੀ MLA ਬਣਿਆ ਸੀ, ਉਹ ਵਿਚਾਰਾ ਤਾਂ ਆਕਸੀਜਨ ਦੇ ਦੁੱਖੋਂ ਚੜਾਈ ਕਰ ਗਿਆ, ਕਿਸੇ ਨੇ ਬਾਤ ਨਹੀਂ ਪੁੱਛੀ। ਫਿਰ ਤੁਸੀਂ ਦੱਸੋ ਇੱਥੇ ਤਾਂ ਵੋਟਾਂ ਮੰਗਣ ਵਾਸਤੇ ਕੇਜਰੀਵਾਲ, ਉਹਦੀ ਵਾਈਫ, ਉਹਦੀ ਡੋਟਰ, ਉਹ ਪੰਜਾਬ ਦੇ ਵਿੱਚ ਤੀਏ ਦਿਨ ਆ ਰਹੇ ਆ। ਅੱਛਾ, ਉਹ ਇੰਨਾ ਡਰਾਮਾ ਲੋਕਾਂ ਨੂੰ ਕਰ ਰਿਹਾ। ਆਮ ਆਦਮੀ ਪਾਰਟੀ ਦਾ ਉੱਥੋਂ ਟ੍ਰੇਨ ਦੇ ਵਿੱਚ ਬੈਠ ਕੇ ਆਉਂਦੇ ਆ, ਸਿਕਿਉਰਿਟੀ ਸਾਰੀ ਬਾਈ ਰੋਡ ਆ ਜਾਂਦੀ ਆ, ਇੱਥੇ ਆ ਕੇ ਟ੍ਰੇਨ 'ਚ ਉਤਰ ਕੇ ਫਿਰ ਸਿਕਿਉਰਿਟੀ ਮੈਨ ਸ਼ੋਅ ਇਹ ਕਰਨ ਕਿ ਇੱਕ ਜੀ ਆਮ ਆਦਮੀ ਆ ਟ੍ਰੇਨ ਦੇ ਵਿੱਚ ਆ ਰਿਹਾ, ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਇਆ ਜਾ ਰਿਹਾ। ਸੋ ਜੇ ਲੋਕਾਂ ਨੂੰ ਥੋੜਾ ਜਾਗਣਾ ਪਏਗਾ ਕਿ ਪੰਜਾਬ ਦਾ ਇੱਕ ਦਿੱਲੀ ਦਾ ਆਉਣ ਵਾਲਾ ਪੰਜਾਬ ਨੂੰ ਕੀ ਸੁਧਾਰ ਦੇਗਾ, ਤਾਂ ਉਹਨਾਂ ਨੂੰ ਸੋਚਣਾ ਪਏਗਾ। ਜਿਹੜਾ ਹੁਣ ਦਿੱਲੀ ਮਾਡਲ ਦੀ ਗੱਲ ਕਰਦਾ, ਰੀਸੈਂਟਲੀ ਪਿਛਲੇ 26 ਜਨਵਰੀ ਨੂੰ ਜਿਸ ਦਿਨ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ, ਖੁਸ਼ੀਆਂ ਮਨਾ ਰਿਹਾ ਸੀ, ਉੱਥੇ ਸਾਡੇ ਸਿੱਖ ਬੀਬੀ ਦਾ ਰੇਪ ਹੋਇਆ ਗੁੰਡਿਆਂ ਵੱਲੋਂ। ਹਾਂਜੀ, ਗਾਲ 'ਚ ਉਹਦੇ ਜੁੱਤੀਆਂ ਦਾ ਹਾਰ ਪਾਇਆ, ਮੂੰਹ ਕਾਲਾ, ਸਾਰਾ ਕੁਝ ਕੀਤਾ ਗਿਆ। ਅੱਜ ਤੱਕ ਕੇਜਰੀਵਾਲ ਜਾਂ ਉਹਦਾ ਕੋਈ ਮੰਤਰੀ ਮਿਨਿਸਟਰ ਅੱਜ ਤੱਕ ਉਹ ਸਿੱਖ ਬੀਬੀ ਦੇ ਘਰ ਨਹੀਂ ਗਿਆ, ਉਹਦੇ ਨਾਲ ਕੋਈ ਹਮਦਰਦੀ ਪ੍ਰਗਟ ਨਹੀਂ ਕੀਤੀ। ਜੇ ਉਹਦਾ ਟਾਈਮ 250 ਮੀਲ ਆ ਪੰਜਾਬ 'ਚ ਚੱਲ ਕੇ ਵੋਟਾਂ ਮੰਗਣ ਆ ਸਕਦੇ ਆ, ਫਿਰ ਉਹ ਸਿੱਖ ਬੀਬੀ ਤਾਂ ਦਿੱਲੀ ਦੇ ਵਿੱਚ ਸੀ, ਉੱਥੇ ਕਿਉਂ ਨਹੀਂ ਗਏ? ਉਹਦੇ ਨਾਲ ਕਿਉਂ ਨਹੀਂ ਹਮਦਰਦੀ ਪ੍ਰਗਟ ਕੀਤੀ ਉਹਨਾਂ ਦੇ ਨਾਲ, ਪਰਿਵਾਰ ਦੇ ਨਾਲ ਜਾ ਕੇ ਕਿ ਸਾਡੀ ਸਰਕਾਰ ਤੁਹਾਡੇ ਨਾਲ ਖੜੀ ਆ? ਸੋ ਇਸ ਕਰਕੇ ਜਿਹੜਾ ਹੈਗਾ ਆ, ਇਹ ਸਾਰਾ ਕੁਝ ਰਾਜਨੀਤਿਕ ਸਟੰਟ ਆ ਵੋਟਾਂ ਲੈਣ ਵਾਸਤੇ। ਔਰ ਮੈਂ ਇੱਕ ਹੋਰ ਵੀ ਗੱਲ ਲੋਕਾਂ ਦੇ ਕੰਨਾਂ 'ਚ ਕੱਢਣਾ, ਜਿਹੜੇ ਲੋਕਾਂ ਦੇ ਦਿਲ 'ਚ ਇਹ ਵੀ ਗੱਲ ਹੈਗੀ ਆ ਕਿ ਭਗਵੰਤ ਮਾਨ ਖੜਾ ਸੀ, ਭਗਵੰਤ ਮਾਨ ਦੇ ਮੂੰਹ ਨੂੰ ਵੋਟਾਂ ਪਾਉਣੀਆਂ। ਇਹ ਭਗਵੰਤ ਮਾਨ ਨੂੰ ਤੁਸੀਂ ਭਾਵੇਂ ਪਾ ਦਿਓ, ਪਰ ਆਪਰੇਟ ਇਹਨੂੰ ਜਿਹੜੀ ਦਿੱਲੀ ਤੋਂ ਕੇਜਰੀਵਾਲ ਨਹੀਂ ਕਰਨਾ। ਹਾਂਜੀ, ਅਸੀਂ ਗੱਲ ਕਰਦੇ ਸੀ ਭਗਵੰਤ ਮਾਨ ਦੀਆਂ ਵੋਟਾਂ ਦੀ ਭੈਣ ਜੀ ਗੱਲ ਆਪਾਂ ਕਰ ਰਹੇ ਸੀ, ਉਹੀ ਵੀ ਜਿਹੜੇ ਨਾ ਲੋਕ, ਕਿਉਂਕਿ ਉੱਥੇ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਇਹ ਹੁੰਦਾ ਵੀ ਅੱਗੇ ਕਾਂਗਰਸ ਤਾਂ ਅਕਾਲੀ ਦਲ ਜਿਹੜੇ ਮਾਰੋ ਮਾਰੀ ਟਨ ਬਾਈ ਟਨ ਆ ਕੇ ਪੰਜਾਬ ਨੂੰ ਲੁੱਟ ਕੇ ਸਾਰਾ ਖਾ ਕੇ, ਵੀ ਹੁਣ ਤੀਜਾ ਬਦਲ ਦੇਖ ਲਓ। ਸੋ ਇਸ ਕਰਕੇ ਸਾਨੂੰ ਬੜਾ ਇਹ ਡਗਿਆਈ ਦੇ ਨਾਲ ਸੋਚਣਾ ਪਊਗਾ, ਕਿਉਂਕਿ ਇਹੀ ਜਿਹੜਾ ਕੇਜਰੀਵਾਲ ਹੈ ਜੋ ਦਿੱਲੀ ਦਾ ਚੀਫ ਮਿਨਿਸਟਰ ਆ, ਔਰ ਆਪਣੇ ਜਿਹੜੇ ਕੌਮ ਦੇ ਯੋਧੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਿਨ੍ਹਾਂ ਦੀ ਰਿਹਾਈ ਦੀ ਫਾਈਲ ਜਿਹੜੀ 3-4 ਵਾਰੀ ਕੇਜਰੀਵਾਲ ਸਾਹਿਬ ਦੇ ਕੋਲ ਗਈ ਆ, ਇਹਦੇ ਸਾਈਨ ਕਰਕੇ ਸਾਰੀ ਰੁਕੀ ਪਈ, ਨਹੀਂ ਤਾਂ ਉਹ ਅੱਜ ਬਾਹਰ ਆ ਸਕਦਾ। ਉਹ ਸਾਈਨ ਨਹੀਂ ਕੀਤੇ, ਉਹ ਸਾਰੇ ਪੇਪਰ ਵਰਕ ਜਥੇਬੰਦੀਆਂ ਨੇ ਬਾਹਰ ਕਢਾ ਕੇ ਲੋਕਾਂ ਨੂੰ ਦਿਖਾ ਦਿੱਤਾ ਵੀ ਆਹ ਕੇਜਰੀਵਾਲ ਆ, ਇਹਨੇ ਸਾਈਨ ਨਹੀਂ ਕੀਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦੇ ਉੱਤੇ। 3-4 ਵਾਰੀ ਇਹਨੇ ਸੈਂਟਰ ਗਵਰਨਮੈਂਟ ਨੂੰ ਮੋੜੀ ਆ, ਤੇ ਜਿਸ ਕਰਕੇ ਉਹ ਸਾਡੇ ਅੱਜ ਯੋਧਾ ਜਿਹੜਾ ਉਹ ਵੀ ਅੰਦਰ ਆ। ਸੋ ਇਹ ਗੱਲਾਂ ਜਿਹੜੀਆਂ ਸਾਨੂੰ ਸੋਚਣੀਆਂ ਪੈਣਗੀਆਂ। ਇਹ ਕੇਜਰੀਵਾਲ ਆ ਜਦੋਂ ਪੰਜਾਬ ਦੇ ਵਿੱਚ ਆਉਂਦਾ ਤਾਂ ਇਹਦੀ ਸਟੇਟਮੈਂਟ ਹੁੰਦੀ ਆ ਪੰਜਾਬ ਦਾ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਹੈ, ਜਦੋਂ ਦਿੱਲੀ ਚਲੇ ਗਿਆ ਇਹ ਦਿੱਲੀ ਦਾ ਵੀ ਬਣਦਾ ਹੱਕ। ਸੋ ਇਹ ਸਾਰੇ ਜਿਹੜੇ ਇਹਨਾਂ ਦਾ ਨਿਸ਼ਾਨਾ ਕੇਵਲ ਸਾਰਿਆਂ ਦਾ ਪੰਜਾਬ ਨੂੰ ਲੁੱਟਣਾ ਹੀ ਆ, ਹੋਰ ਕੁਛ ਨਹੀਂ। ਸੋ ਇਸ ਕਰਕੇ ਜੇ ਹੁਣ ਆਪਾਂ ਸਾਰੇ ਦੀਪ ਸਿੱਧੂ ਨਾਲ ਇੰਨਾ ਪਿਆਰ ਕਰਨੇ, ਜਿਹੜਾ ਦੀਪ ਸਿੱਧੂ ਨੇ ਐਂਡ ਤੇ ਇਹ ਗੱਲ ਕੀਤੀ ਸੀ ਕਿ ਭਾਵੇਂ ਮੈਨੂੰ ਪਤਾ ਮੈਂ ਚੋਣਾਂ ਵਿੱਚ ਵਿਸ਼ਵਾਸ ਨਹੀਂ ਕੁਛ ਨਹੀਂ ਹੋਣਾ, ਪਰ ਜੇ ਲੋਕ ਚਾਹੁੰਦੇ ਆ ਤਾਂ ਸਿਮਰਨਜੀਤ ਸਿੰਘ ਮਾਨ ਜਿਹੜੇ ਅੱਜ ਤੱਕ ਖੜੇ, ਨਾ ਵਿਕੇ ਝੁਕੇ, ਨਾ ਕੋਈ ਪਾਰਟੀ ਬਦਲੀ, ਕੁਛ ਨਹੀਂ ਕੀਤਾ, ਉਹ ਅੱਜ ਵੀ ਖੜੇ ਆ। ਬੜੀ ਵੱਡੀ ਉਹਨਾਂ ਦੀ ਕੁਰਬਾਨੀ ਆ, ਇੱਕ IPS ਆਫੀਸਰ ਨੌਕਰੀ ਛੱਡ ਕੇ ਇਸ ਕੌਮ ਦੇ ਲਈ ਖੜੇ ਆ। ਤਾਂ ਉਹ ਜਿਹੜੇ ਲੋਕਾਂ ਦੇ ਉਹਨੇ ਜਾ ਕੇ ਅਮਰਗੜ੍ਹ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਵਿੱਚ ਉਹਨੇ ਚੋਣ ਪ੍ਰਚਾਰ ਵੀ ਕੀਤਾ ਔਰ ਲੋਕਾਂ ਨੂੰ ਦੱਸਿਆ, ਹੱਥ ਦੇ ਵਿੱਚ ਝਾੜੂ ਫੜ ਕੇ, ਇੱਕ ਸ੍ਰੀ ਸਾਹਿਬ ਫੜ ਕੇ, ਵੀ ਤੁਸੀਂ ਦੱਸੋ ਸਾਨੂੰ ਗੁਰੂ ਸਾਹਿਬ ਨੇ ਸ੍ਰੀ ਸਾਹਿਬ ਬਖਸ਼ੀ ਆ, ਸਾਡਾ ਸਿਧਾਂਤ ਆ, ਸਾਨੂੰ ਗੁਰੂ ਸਾਹਿਬ ਨੇ ਰਾਜੇ ਮਹਾਰਾਜੇ ਬਣਾਇਆ। ਇਹ ਹੁਣ ਤੁਸੀਂ ਇਹ ਦੇਖੋ ਵੀ ਤੁਸੀਂ ਝਾੜੂ ਫੜਨਾ ਹੱਥ ਦੇ ਵਿੱਚ, ਬਿਲਕੁਲ ਬੜਾ ਵੱਡਾ ਪੁਆਇੰਟ ਹੈ ਇਹਦੇ ਵਿੱਚ, ਇੱਕ ਬਹੁਤ ਵੱਡਾ ਇਹ ਲੋਕਾਂ ਨੂੰ ਇੱਕ ਸੁਨੇਹਾ ਉਹਨਾਂ ਨੇ ਦਿੱਤਾ ਸੀ। ਸੋ ਇਸ ਕਰਕੇ ਹੁਣ ਵੀ ਜਿਹੜੇ ਸੀ ਉਹ ਦਿੱਲੀ ਤੋਂ ਮੈਸੇਜ ਇਹ ਸੀਗਾ ਵੀ ਉਹਨੇ ਪੰਜਾਬ ਆ ਕੇ 3-4 ਦਿਨ ਵਾਸਤੇ ਹੋਰ ਜਿਹੜਾ ਉਹ ਮਾਨ ਸਾਹਿਬ ਦੇ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨਾ ਸੀ। ਸੋ ਜਿਹੜੀ ਦੀਪ ਸਿੱਧੂ ਦੀ, ਸਾਰੇ ਮਾਨ ਸਾਹਿਬ ਦੀ, ਸਾਰੇ ਇਹਨਾਂ ਦੀ ਸੋਚ ਆ ਕਿ ਆਪਾਂ ਪੰਜਾਬ ਦੀ ਆਜ਼ਾਦੀ ਸਾਰੇ ਆਪਾਂ ਚਾਹੁੰਦੇ ਆ, ਆਜ਼ਾਦ ਹੋਣਾ ਚਾਹੀਦਾ। ਜੋ ਉਹ ਸੰਤਾਂ ਨੂੰ ਹੀਰੋ ਮੰਨਦੇ, ਸੰਤਾਂ ਨੇ
ਕਿਉਂਕਿ ਉਸ ਵੇਲੇ ਕਹਿ ਦਿੱਤਾ ਸੀ, ਕਿਉਂਕਿ 84 ਤੋਂ ਪਹਿਲਾਂ ਆਨੰਦਪੁਰ ਦੇ ਮਤੇ ਦੀ ਗੱਲ ਸੀ। ਜੀ ਪਰ ਜਦੋਂ 84 ਚ ਅਟੈਕ ਹੋਇਆ ਅਕਾਲ ਤਖਤ ਸਾਹਿਬ ਤੇ, ਇਹ ਜਿਹੜਾ ਤਿਰੰਗਾ ਝੰਡਾ ਅਕਾਲ ਤਖਤ ਤੇ ਲਾਇਆ ਸੀ ਸਰਕਾਰ ਦੀ ਆਰਮੀ ਨੇ, ਤੇ ਇਸ ਕਰਕੇ ਜਿਹੜਾ ਸੰਤਾਂ ਨੇ ਫਿਰ ਕਹਿਤਾ ਸੀ ਕਿ ਵੀ ਜਿਸ ਦਿਨ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਭਾਰਤੀ ਫੌਜ ਦਾਖਲ ਹੋਊਗੀ, ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਜੀ ਔਰ ਜਿਸ ਖਾਲਿਸਤਾਨ ਦੇ 2 ਲੱਖ ਦੇ ਕਰੀਬ ਨੌਜਵਾਨ ਸਾਡਾ ਸ਼ਹੀਦ ਹੋਇਆ, ਅਸੀਂ ਵੀ ਸਮਾਂ ਸਾਰਾ ਦੇਖਿਆ, ਹੰਢਾਇਆ, ਪਿੰਡ ਦੇ ਸਾਰਾ ਕੁਝ ਵਾ, ਜਿਸ ਕਰਕੇ ਅਸੀਂ ਵੀ ਜਿਹੜੀ ਉਸ ਖਾਲਸਾ ਰਾਜ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰ ਰਹੇ ਹਾਂ। ਸਾਡੇ ਤੇ ਵੀ ਇੱਥੇ ਬਾਹਰ ਵਿਦੇਸ਼ਾਂ ਦੇ ਵਿੱਚ ਬੈਠ ਕੇ ਦਿੱਲੀ ਦੀਆਂ ਸਰਕਾਰਾਂ ਵੱਲੋਂ ਉੱਥੇ ਕੇਸ ਪਾਏ ਜਾ ਰਹੇ, ਭਾਵੇਂ ਵਿਦੇਸ਼ ਦੀਆਂ ਧਰਤੀਆਂ 'ਤੇ ਬੈਠੇ ਆ, ਪਰ ਆਪਾਂ ਇੱਕ ਸੁਨੇਹਾ ਦੇਣਾ ਚਾਹੁੰਦੇ ਹਾਂ ਉੱਥੋਂ ਦੀ ਸਰਕਾਰ ਨੂੰ ਕਿ ਅਸੀਂ ਮਹਾਂਪੁਰਸ਼ਾਂ ਦੇ ਬਚਨਾਂ ਦੇ ਉੱਤੇ ਆਖਰੀ ਦਮ ਤੱਕ ਪਹਿਰਾ ਦਿੰਦੇ ਰਵਾਂਗੇ। ਲੋਕਾਂ ਨੂੰ ਅਸੀਂ ਇਹ ਅਪੀਲ ਕਰਦੇ ਹਾਂ, ਪੰਜਾਬ ਦੇ ਨੂੰ ਤੁਸੀਂ ਵੋਟ ਪਾਓ, ਸਿਮਰਨਜੀਤ ਸਿੰਘ ਮਾਨ ਨੂੰ ਖਾਲਿਸਤਾਨ ਦੇ ਹੱਕ ਦੇ ਵਿੱਚ ਵੋਟਾਂ ਪਾਓ। ਕੁੱਟਣਾ ਹੈਗਾ। ਸੋ ਬਿਲਕੁਲ ਜੀ, ਆਪ ਜੀ ਨੇ ਵਿਚਾਰ ਸੁਣੇ ਸਰਦਾਰ ਕੁਲਵੰਤ ਸਿੰਘ ਮੋਠੜ ਜੀ ਉਹਨਾਂ ਪਾਸੇ ਗਲਤ ਇਹਨਾਂ ਦੇ ਨਾਲ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਆਪਾਂ ਕਰ ਸਕਦੇ ਹਾਂ, ਜਿਹੜੇ ਵੀ ਵਿੱਚ ਮਰਜ਼ੀ ਆਪਾਂ ਛੇੜ ਸਕਦੇ ਹਾਂ, ਉਹਨਾਂ ਤੋਂ ਬਹੁਤ ਕੁਛ ਹੈਗਾ ਸੁਣਨ ਵਾਸਤੇ। ਤਾਂ ਆਪਾਂ ਅਗਲੇ ਆਉਣ ਵਾਲੇ ਪ੍ਰੋਗਰਾਮਾਂ ਵਿੱਚ ਆਪਾਂ ਇਹਨਾਂ ਨੂੰ ਫਿਰ ਇੱਕ ਵਾਰੀ ਆਪਣੇ ਸਟੂਡੀਓ 'ਚ ਬੁਲਾਵਾਂਗੇ ਤੇ ਆਪਾਂ ਇਹਨਾਂ ਪਾਸੋਂ ਹੀ ਸਰਵਣ ਕਰਾਂਗੇ। ਸੋ ਅੱਜ ਜਿਹੜਾ ਸਭ ਤੋਂ ਵੱਡਾ ਦੁਖਾਂਤ ਕੌਮ ਦੀ ਝੋਲੀ 'ਚ ਪੈ ਗਿਆ, ਇੱਕ ਸ਼ੇਰ ਹੋਰ ਭੇਡਾਂ ਦੀ ਭੇਟ ਚੜ੍ਹ ਗਿਆ। ਇਹਨੂੰ ਭੇਡਾਂ ਦੀ ਭੇਟ ਹੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਸ਼ੇਰਾਂ ਵਰਗੀ ਬੁਲੰਦ ਆਵਾਜ਼ ਕੋਈ ਲੱਖਾਂ ਚੋਂ ਕਰੋੜਾਂ ਚੋਂ ਇੱਕ ਹੀ ਰੱਖ ਸਕਦਾ ਹੈ, ਤੇ ਜਿਹੜਾ ਲੋਕਾਂ ਨੂੰ ਲਲਕਾਰ ਵੀ ਸਕਦਾ ਹੈ। ਤੇ ਆਪਣੀ ਇੱਕ ਗੱਲ ਉਹਦੀ ਬੜੀ ਵਧੀਆ ਰਹੀ ਹੈ, ਤੇ ਲੋਕੀ ਵੀ ਇਸ ਗੱਲ ਦੀ ਬੜੀ ਹੀ ਮਹਿਮਾ ਤੇ ਬੜੀ ਚਰਚਾ ਕਰਦੇ ਨੇ ਕਿ ਉਹ ਆਪਣੀ ਹੀ ਗੱਲ ਤੇ ਅੜਿਆ ਰਿਹਾ, ਆਪਣੀ ਹੀ ਗੱਲ ਦਾ ਪੂਰਾ ਪੱਕਾ ਸੀ, ਜ਼ਿੱਦੀ ਸੀਗਾ, ਆਪਣੀ ਹੀ ਗੱਲ ਕਰਦਾ ਰਿਹਾ। ਹਮੇਸ਼ਾ ਤੁਸੀਂ ਆਪਾਂ ਦੇਖੇ ਨਾ, ਉਹਦੀ ਹਮੇਸ਼ਾ ਉਹਨੇ ਮੋਰਚੇ ਦੇ ਵਿੱਚ ਵੀ ਜਦੋਂ ਕੋਈ ਗੱਲ ਚੱਲ ਰਹੀ ਸੀ, ਉਹ ਕਹਿੰਦਾ ਸੀ ਅਕਾਲ ਪੁਰਖ ਤੇ ਨਿਸ਼ਾਨ ਸਾਹਿਬ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਚੱਲ ਰਿਹਾ। ਬਿਲਕੁਲ ਅਗਵਾਈ 'ਚ ਚੱਲ ਰਿਹਾ ਜੀ। ਹਮੇਸ਼ਾ ਹੀ ਉਹ ਇਹ ਨਿਸ਼ਾਨ ਸਾਹਿਬ ਕੇਸਰੀ ਤੇ ਅਕਾਲ ਪੁਰਖ ਦੀ ਗੱਲ ਕਰਦਾ ਸੀ ਕਿ ਉਹਦਾ ਪਹਿਰਾ ਆ, ਉਹਦੀ ਅਗਵਾਈ 'ਚ, ਉਹਦੀ ਛਤਰ ਛਾਇਆ 'ਚ ਸਾਰਾ ਕੁਝ ਹੋ ਰਿਹਾ, ਉਹਨੇ ਸਾਰਾ ਕੁਝ ਜਿੱਤ ਜਿਹੜੀ ਆ ਉਹਨੇ ਦੇਣੀ ਆ। ਉਹਨੇ ਫਿਰ ਇਹ ਵੀ ਗੱਲ ਕੀਤੀ, ਜਦੋਂ ਹੁਣ ਮੋਦੀ ਨੇ 3 ਬਿੱਲ ਜਿਹੜੇ ਵਾਪਸ ਵੀ ਲਏ ਆ, ਕਿ ਇਹ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਲੱਖਾਂ ਲੋਕਾਂ ਨੇ ਖਾਲਿਸਤਾਨ ਦੇ ਹੱਕ ਦੇ ਵਿੱਚ ਰੈਫਰੈਂਡਮ ਦੇ ਵੋਟਿੰਗ ਕੀਤੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਵੱਡੀਆਂ ਲਹਿਰਾਂ ਜਿਹੜੀਆਂ ਉਹ ਖੜ ਸਕਦੀਆਂ। ਔਰ ਇਹੀ ਡਰ ਜਿਹੜਾ ਇਸ ਦੀਪ ਸਿੱਧੂ ਤੋਂ ਵੀ ਸਰਕਾਰਾਂ ਨੂੰ ਸੀ, ਜਿਸ ਕਰਕੇ ਉਸ ਜਿਹੜਾ ਉਹ ਨੌਜਵਾਨ ਯੋਧਾ ਸਾਡੀ ਅੱਜ ਕੌਮ ਤੋਂ ਖੋਇਆ ਸਰਕਾਰਾਂ ਨੇ। ਬਿਲਕੁਲ ਉਸ ਯੋਧੇ ਨੂੰ ਪੰਜਾਬੀ ਵਿਰਾਸਤ ਸਮੁੱਚਾ ਜਗਤ ਨੂੰ ਸੀਸ ਨਿਵਾਉਂਦਾ, ਸ਼ਰਧਾ ਦੇ ਫੁੱਲ ਅਰਪਣ ਕਰਦਾ ਹੈ। ਸੋ ਮੈਂ ਧੰਨਵਾਦ ਕਰਾਂਗੀ ਇੱਕ ਵਾਰ ਫਿਰ ਕੁਲਵੰਤ ਸਿੰਘ ਮੋਠੜ ਜੀ ਦਾ, ਜਿਨ੍ਹਾਂ ਨੇ ਬੜੇ ਹੀ ਸੋਹਣੇ ਵਿਚਾਰਾਂ ਦੇ ਨਾਲ ਦੀਪ ਸਿੰਘ ਸਿੱਧੂ ਨੂੰ ਆਪਣੀ ਸ਼ਰਧਾਂਜਲੀ ਦਿੱਤੀ ਹੈ। ਸੋ ਆਪ ਜੀ ਦੇਖਦੇ ਰਹੋ ਪੰਜਾਬੀ ਵਿਰਾਸਤ, ਆਪਣੇ ਕਮੈਂਟ ਜ਼ਰੂਰ ਦੇਣਾ, ਸਹਿਯੋਗ ਦੇਣਾ ਜੀ। ਧੰਨਵਾਦ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰ ਦੇਣਾ। ਮੈਂ ਧੰਨਵਾਦ ਕਰਾਂ ਇੱਕ ਵਾਰੀ ਫਿਰ ਸਰਦਾਰ ਕੁਲਵੰਤ ਸਿੰਘ ਮੋਠੜ ਜੀ ਦਾ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਆਇਆਂ ਨੂੰ ਜੀ। ਥੈਂਕ ਯੂ ਜੀ, ਥੈਂਕ ਯੂ। ਸੋ ਆਪ ਜੀ ਹਮੇਸ਼ਾ ਪ੍ਰੋਗਰਾਮ ਦੇਖते रहना, ਆਪਣੇ ਪੁਆਇੰਟਸ ਆਪਣੇ ਕਮੈਂਟਸ ਜ਼ਰੂਰ ਦੱਸਣਾ ਜੀ। ਧੰਨਵਾਦ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।